ਅਲਬਰਟਾ ਇੱਕ ਗਰੀਬ ਸੂਬਾ ਮੰਨਿਆ ਜਾਂਦਾ ਜੀ ਵੀ ਸਾਡੀ ਇਕਨੋਮੀ ਸਿਰਫ ਰੈਂਚਿੰਗ ਦੇ ਉੱਤੇ ਖੇਤੀਬਾੜੀ ਉੱਤੇ ਚੱਲਦੀ ਸੀ। ਪਰ 1947 ਤੋਂ ਬਾਅਦ ਅਲਬਰਟਾ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਬੂਮ ਆ ਗਿਆ। ਜਿਹੜਾ ਇੱਕ ਖੂਹ ਚੱਲ ਰਿਹਾ ਵਾ, ਇਹ ਟਿਊਬਿੰਗ ਨੂੰ ਦੇ ਵਿੱਚ ਇੱਕ ਪੰਪ ਪਾਇਆ ਹੋਇਆ ਵਾ, ਉਹ ਪੰਪ ਚੱਲ ਰਿਹਾ ਵਾ, ਤੇਲ ਕੱਢਦਾ ਵਾ, ਪਾਈਪਲਾਈਨ ਚ ਪਾ ਦਿੰਦਾ, ਜਿਹੜੀ ਗੈਸ ਫਲੋ ਹੁੰਦੀ ਆ ਉਹ ਅੱਡ ਚਲੀ ਜਾਂਦੀ ਆ। ਇਸ ਜਿਹੜਾ ਜਿੱਦਾਂ ਸਾਊਦੀ ਅਰਬ ਚ ਤੇਲ ਆ ਜਿਹੜਾ ਪਾਣੀ ਵਾਂਗੂ ਕੱਢਿਆ ਜਾਂਦਾ, ਉਹਨਾਂ ਨੂੰ ਕੱਢਣ ਦਾ ਖਰਚਾ 7-8 ਡਾਲਰ ਆ ਪਰ ਬੈਰਲ, ਇੱਕ ਬੈਰਲ ਦਾ। ਆਪਣਾ 25 ਤੋਂ 29 ਡਾਲਰ। ਫਿਰ ਉਹਨੂੰ ਭੇਜਣਾ ਵਾ ਰਿਫਾਈਨਿੰਗ ਲਈ, ਉਹਦਾ ਖਰਚਾ, ਫਿਰ ਉਹ ਰਿਫਾਈਨ ਹੋ ਕੇ ਵਾਪਸ ਸਾਡੇ ਕੋਲ ਆਉਣਾ, ਉਹਦਾ ਖਰਚਾ। ਸੋ ਐਂਡ ਆਫ ਦਾ ਡੇ ਇਸ ਕਰਕੇ ਖਰਚੇ ਕਰਕੇ ਪ੍ਰਾਈਸਿਸ 'ਚ ਕੋਈ ਬੜਾ ਮਿਡ ਚੇਂਜ ਫਾਈਨਲੀ ਇਹ ਐਕਸੈਪਟ ਹੋ ਗਿਆ ਵੀ ਹੋ ਰਿਹਾ ਵਾ। ਜੇ ਇਹਨੂੰ ਨਾ ਰੋਕਿਆ ਗਿਆ, ਜੇ ਅਸੀਂ 2050 2030 35 40 ਤੱਕ ਕੁਛ ਨਾ ਕੀਤਾ ਤੇ ਜਿਹੜਾ ਟੈਂਪਰੇਚਰ 1.5 ਡਿਗਰੀਜ਼ ਤੋਂ ਉੱਤੇ ਚਲਿਆ ਗਿਆ ਤਾਂ ਬਹੁਤ ਨੁਕਸਾਨ ਹੋਣਾ ਦੁਨੀਆ ਦਾ। ਪਾਥਵੇ ਟੂ ਆਇਲ ਸੈਂਡਸ ਨੈਟ ਜ਼ੀਰੋ ਬਣਾਇਆ ਵਾ ਆਇਲ ਸੈਂਡ ਕੰਪਨੀਆਂ ਨੇ ਮਿਲ ਕੇ, ਤੇ ਉਹਨਾਂ ਨੇ ਅਗਲੇ ਕੁਝ ਸਾਲਾਂ ਦੇ ਵਿੱਚ 14 ਬਿਲੀਅਨ ਇਨਵੈਸਟ ਕਰਨਾ ਨਵੀਂ ਟੈਕਨੋਲੋਜੀ 'ਚ, ਜਿਹੜੀ ਕਾਰਬਨ ਕੱਢ ਕੇ ਹਵਾ 'ਚੋਂ ਤੇ ਧਰਤੀ ਦੇ ਵਿੱਚ ਵਾਪਸ ਪਾਉਗੀ। ਤੇ ਦਰਖਤ ਲਾਉਂਦੇ ਆ, ਉਹਨੂੰ ਕਹਿੰਦੇ ਆ ਸਕੁਐਸਟ ਕਰਨਾ। ਇਹ ਅੱਜ ਨਹੀਂ ਹੋ ਰਿਹਾ, ਸ਼ਾਇਦ 50 ਸਾਲਾਂ ਨੂੰ ਹੋ ਜਾਏ ਜਾਂ 100 ਸਾਲਾਂ ਨੂੰ ਹੋ ਜਾਏ। ਲੋਕਾਂ ਨੇ ਤੇਲ ਉੱਤੇ ਜਿਹੜਾ ਨਿਰਭਰ ਕਰਦੇ ਨੇ ਉਹਨੂੰ ਬੰਦ ਕਰ ਦੇਣਾ, ਕਿਉਂਕਿ ਕਲਾਈਮੇਟ ਚੇਂਜ ਇਜ਼ ਹੈਪਨਿੰਗ। ਲੋਕ ਵੀ ਕਹਿ ਰਹੇ ਨੇ ਤੇ ਸਾਡੇ ਕੋਲ ਕੋਈ ਦੂਜਾ ਧਰਤੀ ਤਾਂ ਹੈ ਨਹੀਂ ਕਿ ਵੀ ਅਸੀਂ ਬੈਗ ਬੰਦ ਕਰਕੇ ਉੱਥੇ ਚਲੇ ਜਾਵਾਂਗੇ। ਕਿਉਂਕਿ ਇਹ ਜਿਹੜਾ ਤੇਲ ਹੈ ਕਿਸੇ ਸਰਕਾਰ ਦਾ ਨਹੀਂ ਗਈ, ਇਹ ਅਲਬਰਟਨਸ ਦਾ ਵਾ, ਇਹ ਤੁਹਾਡਾ, ਇਹ ਮੇਰਾ, ਆਮ ਬੰਦੇ ਦਾ। ਸੋ ਇਹ ਕਿਸੇ ਸਰਕਾਰ ਦਾ ਨਹੀਂ। ਸਰਕਾਰ ਨੇ ਦੀਆਂ ਨਲਾਇਕੀਆਂ ਇਹੀ ਰਹੀਆਂ, ਕੋਈ ਵੀ ਸਰਕਾਰ ਆਈ, ਕਿ ਉਹਨਾਂ ਨੇ ਡਿਵਰਸੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਤੱਕ ਨਹੀਂ ਕੀਤੀ ਜਿੱਥੇ ਅਸੀਂ ਆਇਲ ਤੋਂ ਬਿਲਕੁਲ ਆਪਦੇ ਆਪ ਪੱਲਾ ਛਡਾ ਲਿਆ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਪ੍ਰੋ ਪੰਜਾਬ ਟੀਵੀ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਗੱਲ ਕਰਾਂਗੇ ਆਇਲ ਤੇ। ਦੁਨੀਆ ਦੀ ਇਕਨੋਮੀ ਦਾ ਜੇ ਧੁਰਾ ਕੋਈ ਅੱਜ ਦੀ ਘੜੀ ਦੇ ਵਿੱਚ ਮੰਨਿਆ ਜਾਂਦਾ ਤਾਂ ਉਸ ਨੂੰ ਆਇਲ ਨੂੰ ਹੀ ਇਹ ਮੰਨਿਆ ਜਾਂਦਾ ਕਿ ਆਇਲ ਦੀਆਂ ਕੀਮਤਾਂ ਉੱਪਰ ਨੇ, ਆਇਲ ਦੀਆਂ ਕੀਮਤਾਂ ਥੱਲੇ ਨੇ, ਮਹਿੰਗਾਈ ਨੂੰ ਇਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇੱਥੋਂ ਤੱਕ ਕਿ ਸੂਬਿਆਂ ਦੀ ਗਰੀਬੀ ਤੇ ਅਮੀਰੀ ਦਾ ਵੀ ਕਈ ਵਾਰੀ ਮੁਲਾਂਕਣ ਇਸ ਗੱਲ ਤੋਂ ਕੀਤਾ ਜਾਂਦਾ ਹੈ ਕਿ ਇਹਨਾਂ ਕੋਲ ਤੇਲ ਦੇ ਭੰਡਾਰ ਨੇ, ਇਹਨਾਂ ਕੋਲ ਤੇਲ ਸੀ, ਅੱਜ ਤਾਂ ਇਸ ਦੇਸ਼ ਦੀ, ਇਸ ਸੂਬੇ ਦੀ ਇਕਨੋਮੀ ਇੱਥੇ ਤੱਕ ਪਹੁੰਚ ਗਈ ਹੈ। ਕੈਨੇਡਾ ਦਾ ਸੂਬਾ ਆ ਅਲਬਰਟਾ। ਅਲਬਰਟਾ ਕੋਲ ਵੀ ਇਹ ਮੰਨਿਆ ਜਾਂਦਾ ਹੈ ਕਿ ਆਇਲ ਦੇ ਭੰਡਾਰ ਨੇ। ਇਹ ਆਇਲ ਦੇ ਭੰਡਾਰ ਬਾਕੀਆਂ ਦੇ ਮੁਕਾਬਲੇ ਕਿੰਨੇ ਨੇ, ਇੱਥੋਂ ਦੇ ਧਰਤੀ ਥੱਲੇ ਜਿਹੜਾ ਤੇਲ ਹੈ ਉਹ ਕਦੋਂ ਲੱਭਿਆ ਗਿਆ ਤੇ ਬਾਕੀਆਂ ਦੇ ਮੁਕਾਬਲੇ ਕਿੰਨੀ ਕੁ ਮਾਤਰਾ ਦੇ ਵਿੱਚ ਹੈ, ਕਿੰਨੀ ਕੁ ਸ਼ੁੱਧਤਾ ਦੇ ਵਿੱਚ ਹੈ, ਤੇ ਇਹ ਸਾਰੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਰਾਜ ਸਿੰਘ ਢਾਲੀਵਾਲ। ਤੇ ਅਸੀਂ ਉਹਨਾਂ ਤੋਂ ਇਸ ਕਰਕੇ ਉਹਨਾਂ ਨੂੰ ਇਸ ਸਾਰੇ ਟੌਪਿਕ ਦੇ ਉੱਪਰ ਗੱਲਬਾਤ ਕਰਨ ਦੇ ਲਈ ਜੋੜਿਆ ਕਿਉਂਕਿ ਉਹਨਾਂ ਦਾ ਇਸ ਲਾਈਨ ਦੇ ਨਾਲ ਐਕਸਪੀਰੀਅੰਸ ਹੈ। ਉਹਨਾਂ ਦੀ ਇਸ ਲਾਈਨ ਦੇ ਵਿੱਚ ਪੜ੍ਹਾਈ ਵੀ ਹੈ, ਉਹਨਾਂ ਦਾ ਬੜਾ ਲੰਮਾ ਸਮਾਂ ਉਹਨਾਂ ਨੇ ਇਸ ਚੀਜ਼ ਦੇ ਵਿੱਚ ਕੰਮ ਵੀ ਕੀਤਾ ਤੇ ਇਹ ਸਾਰੀ ਇਕਨੋਮੀ ਨੂੰ ਵੀ ਸਮਝਦੇ ਨੇ। ਇੱਕ ਆਇਲ ਸੈਕਟਰ ਜਿਹੜਾ ਹੈ ਇਹ ਇੱਕ ਵੱਖਰੀ ਤਰ੍ਹਾਂ ਦੀ ਇੱਕ ਇਕਨੋਮੀ ਹੈ, ਇਹਨੂੰ ਸਾਰੀ ਨੂੰ ਸਮਝਦੇ ਨੇ। ਇਹ ਸਾਰੀ ਗੱਲਬਾਤ ਦੇ ਲਈ ਅਸੀਂ ਉਹਨਾਂ ਨੂੰ ਨਾਲ ਜੋੜਿਆ ਸੀ, ਉਹਨਾਂ ਨਾਲ ਗੱਲ ਕਰਾਂਗੇ। ਰਾਜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਬੁੱਟਰ ਜੀ, ਥੈਂਕ ਯੂ ਫॉर ਹੈਵਿੰਗ ਮੀ, ਤੇ ਸਾਰੇ ਤੁਹਾਡੇ ਦੇਖਣ ਵਾਲਿਆਂ ਨੂੰ, ਪ੍ਰੋ ਪੰਜਾਬ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਰਾਜ ਜੀ ਮੈਂ ਗੱਲ ਸ਼ੁਰੂ ਕੀਤੀ ਹੈ ਕਿ ਇਕਨੋਮੀ ਨੂੰ ਆਇਲ ਦੇ ਨਾਲ ਬੜਾ ਜੋੜ ਕੇ ਦੇਖਿਆ ਜਾਂਦਾ। ਜੇ ਆਇਲ ਦੀਆਂ ਪ੍ਰਾਈਸਾਂ ਉੱਪਰ ਨੇ, ਥੱਲੇ ਨੇ, ਇਹ ਕਹ ਲਓ ਵੀ ਅੱਜ ਕੱਲ੍ਹ ਮੁੱਖ ਧਰਾ ਜਿਹੜਾ ਹੈ ਉਹ ਆਇਲ ਹੀ ਮੰਨਿਆ ਜਾਂਦਾ। ਬਿਲਕੁਲ ਜੀ। ਤੇ ਅਲਬਰਟਾ ਦੇ ਨਾਲ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ ਇੱਥੇ ਕਦੋਂ ਤੋਂ ਇਹ ਆਇਲ ਜਿਸ ਤਰ੍ਹਾਂ ਲੱਭਿਆ ਕਿ ਜੀ ਆਇਲ ਇੱਥੇ ਹੈਗਾ ਆ ਤੇ ਕਿਸ ਮਾਤਰਾ ਦੇ ਵਿੱਚ ਹੈ, ਕਿਸ ਕੁਆਲਿਟੀ ਦੇ ਵਿੱਚ ਹੈ, ਇਹ ਸਾਰੀਆਂ ਸਾਨੂੰ ਅੱਜ ਤੁਸੀਂ ਗੱਲਾਂ ਬਾਤ। ਨਹੀਂ ਜੀ, ਬਿਲਕੁਲ। ਦੇਖੋ, ਜਿਹੜਾ ਤੇਲ ਤੇ ਸੋਨਾ
ਦੋ ਐਸੀਆਂ ਚੀਜ਼ਾਂ ਨੇ ਤੇ US ਡਾਲਰ, 3 ਚੀਜ਼ਾਂ ਨੇ ਸੌਰੀ, ਜਿਨ੍ਹਾਂ ਨਾਲ ਇਕਨੋਮੀ ਮੈਜਰ ਕੀਤੀ ਜਾਂਦੀ ਆ। ਤੇ ਜਿੱਦਾਂ ਤੁਸੀਂ ਕਿਹਾ ਤੇਲ ਇਸ ਵਕਤ ਜਿਹੜਾ ਵਾ ਰੂਲ ਕਰ ਰਿਹਾ ਵਾ ਇੱਕ ਤਰੀਕੇ ਨਾਲ, ਤੇ ਤੇਲ ਜਿਹੜਾ ਅਲਬਰਟਾ ਦੇ ਵਿੱਚ ਜਿਹੜੇ ਰਿਜ਼ਰਵਸ ਨੇ ਉਹ ਦੁਨੀਆ 'ਚ ਚੌਥੇ ਨੰਬਰ ਤੇ ਨੇ ਜੀ। ਤੇ ਰਿਜ਼ਰਵਸ ਜਿਹੜੇ ਹੁੰਦੇ ਆ ਉਹ ਇਹ ਮੰਨਿਆ ਜਾਂਦਾ ਕਿ ਧਰਤੀ ਦੇ ਥੱਲੇ ਤੇਲ ਕਿੰਨਾ, ਉਹ ਦੂਜੀ ਗੱਲ ਆ ਵੀ ਉਹਨੂੰ ਕੱਢਿਆ ਜਾ ਸਕਦਾ ਕਿ ਨਹੀਂ, ਪਰ ਅੱਜ ਦੀ ਤਰੀਕ ਦੇ ਵਿੱਚ ਚੌਥੇ ਨੰਬਰ ਦੇ ਜਿਹੜੇ ਰਿਜ਼ਰਵਸ ਨੇ ਉਹ ਸਾਡੇ ਕੋਲ ਦੁਨੀਆ ਭਰ ਦੇ ਵਿੱਚ, ਦੁਨੀਆ ਭਰ ਚ ਅਲਬਰਟਾ ਦੇ ਵਿੱਚ। ਹੁਣ ਆਪਾਂ ਗੱਲ ਕਰੀਏ ਇੱਥੇ ਲੱਭਿਆ ਕਿ ਪਹਿਲਾ ਜਿਹੜਾ ਇੱਥੇ ਤੇਲ ਲੱਭਿਆ ਗਿਆ 1900 ਮਤਲਬ ਮੈਂ ਉਦੋਂ ਪਹਿਲਾਂ ਜਾਣਦਾ ਵਾਂ, ਇੱਥੋਂ ਦੇ ਤੇਲ ਜਿਹੜਾ ਵਾ ਉਹਨੂੰ ਉਹ ਦੋ ਤਰ੍ਹਾਂ ਦੇ ਤੇਲ ਆਈ ਜੀ। ਇੱਕ ਤਾਂ ਕਨਵੈਨਸ਼ਨਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿੱਦਾਂ ਆਪਾਂ ਪਾਣੀ ਵਾਂਗੂ ਥੱਲੇ ਖੂਹ ਪੁੱਟਿਆ ਤੇ ਉਹ ਵਗਣ ਲੱਗ ਜਾਂਦਾ ਜੀ। ਦੂਜਾ ਅਨਕਨਵੈਨਸ਼ਨਲ ਤੇਲ ਜਿਹੜਾ ਹੁੰਦਾ ਜੀ ਉਹ ਥੋੜਾ ਗਾੜਾ ਹੁੰਦਾ, ਤੇ ਅਲਬਰਟਾ ਦਾ ਤੇਲ ਆ ਬਹੁਤ ਹੀ ਗਾੜਾ ਵਾ, ਉਹ ਮਿੱਟੀ ਦੇ ਵਿੱਚ ਮਿਕਸ ਕੀਤਾ ਹੁੰਦਾ ਵਾ ਤੇ ਪਤਾ ਨਹੀਂ ਲੱਗਦਾ। ਸੋ ਪਹਿਲੀ ਵਾਰ ਜਿਹੜੇ ਦੋਨੇ ਤਰ੍ਹਾਂ ਦਾ ਉਰੇ ਹੈਗਾ, ਦੋਨੇ ਤਰ੍ਹਾਂ ਦਾ ਹੈਗਾ, ਪਰ ਜਿਹੜਾ ਕਨਵੈਨਸ਼ਨਲ ਆ ਜਿਹੜਾ ਮੈਂ ਕਿਹਾ ਉਹ ਬਹੁਤ ਘੱਟ ਆ ਜੀ। ਆਪਣੇ ਪਿੱਛੇ ਜਿਹੜੇ ਖੂਹ ਚੱਲ ਰਹੇ ਨੇ ਉਹ ਕਨਵੈਨਸ਼ਨਲ ਕੱਢ ਰਹੇ ਨੇ, ਉਹ ਇੱਕ ਤਰ੍ਹਾਂ ਨਾਲ ਜਿਹੜਾ ਪੰਪ ਚੱਲ ਰਿਹਾ ਵਾ ਪਿੱਛੇ, ਤੇ ਇਹ ਆਪਣੇ ਨਲਕੇ ਵਾਂਗੂ ਹੀ ਆ, ਜਿੰਨਾ ਨਲਕਾ ਗਿੜੀ ਜਾਊ ਪਾਣੀ ਆਊ। ਜਿਹੜਾ ਅਨਕਨਵੈਨਸ਼ਨਲ ਆ ਉਹ ਇਹਦੇ ਨਾਲ ਨਹੀਂ ਨਿਕਲਦਾ। ਸੋ ਮੈਂ ਥੋੜਾ ਜਿਹਾ ਪਿੱਛੇ ਜਾਣਨਾ ਮੈਂ ਕਿ ਪਹਿਲਾਂ ਜਦੋਂ ਜਿਹੜਾ ਇਤਿਹਾਸ ਇਹ ਦੱਸਦਾ ਵੀ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇੱਥੇ ਤੇਲ ਆ, ਉਹ 1750-1776 ਦੀਆਂ ਗੱਲਾਂ ਨੇ, ਜਦੋਂ ਨਵਾਂ ਇੱਥੇ ਲੋਕ ਆਏ। ਉਦੋਂ ਜਿਹੜੇ ਸਾਡੇ ਇੱਥੇ ਇੰਡੀਜਨਸ ਮੂਲ ਨਿਵਾਸੀ ਰਹਿੰਦੇ ਜਿਹੜੇ ਨਵੇਂ ਲੋਕ ਆਏ ਉਹਨਾਂ ਨੇ ਡਾਇਰੀਆਂ ਲਿਖੀਆਂ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਉੱਥੇ ਕੋਈ ਐਸੀ ਗਾੜੀ ਚੀਜ਼ ਆ ਜਿਹੜੀ ਤੇਲ ਵਾਂਗੂ ਸਮੈਲ ਕਰਦੀ ਆ। ਉਦੋਂ ਪਤਾ ਲੱਗਾ ਵੀ ਇੱਥੇ ਬਿਚੂਮਨ ਆ। ਫਿਰ ਪਹਿਲੀ ਵਾਰ ਅਲਬਰਟਾ ਦੇ ਵਿੱਚ ਜਿਹੜਾ ਤੇਲ ਸੀਗਾ ਜੀ, ਇੱਥੋਂ ਆਪਣੇ ਥੋੜੀ ਦੂਰ ਹੈਗਾ ਵਾ ਬਲੈਕ ਡਾਇਮੰਡ ਟਰਨਲ ਵੈਲੀ ਦੇ ਵਿੱਚ, ਵਾਟਰਡਨ ਨੇੜੇ ਤੇੜੇ ਕਹਿੰਦੇ, ਵਾਟਰਡਨ ਤੋਂ ਥੋੜਾ ਇੱਧਰ ਹੀ ਆ, ਠੀਕ ਹੈ। ਉੱਥੇ ਪਹਿਲਾ ਤੇਲ ਲੱਭਿਆ ਗਿਆ 1914 ਦੇ ਵਿੱਚ, ਡਿੰਗਮੈਨ ਵੈਲ ਕਹਿ ਦਿੰਦੇ ਆ ਉਹਨੂੰ, ਪਰ ਉਹਦੇ ਉਦੋਂ ਬਾਅਦ ਹੁੰਦਾ ਰਿਹਾ। ਪਰ ਜਿਹੜਾ ਅਸਲ ਦੇ ਵਿੱਚ ਕਮਰਸ਼ੀਅਲ ਤੇਲ ਲੱਭਿਆ ਗਿਆ ਉਹ ਲਡੂਕ ਦੇ ਵਿੱਚ ਲੱਭਿਆ ਗਿਆ 1947 ਦੇ ਵਿੱਚ। ਉਸ ਤੋਂ ਬਾਅਦ ਅਲਬਰਟਾ ਦੇ ਵਿੱਚ, ਜਿਹਨੂੰ ਆਪਾਂ ਜਿੱਦਾਂ ਦੀ ਪਹਿਲਾਂ ਗੱਲ ਕੀਤੀ ਕਿ ਉਸ ਤੋਂ ਪਹਿਲਾਂ ਅਲਬਰਟਾ ਇੱਕ ਗਰੀਬ ਸੂਬਾ ਮੰਨਿਆ ਜਾਂਦਾ ਸੀ ਵੀ ਸਾਡੀ ਇਕਨੋਮੀ ਸਿਰਫ ਰੈਂਚਿੰਗ ਦੇ ਉੱਤੇ, ਖੇਤੀਬਾੜੀ ਉੱਤੇ ਚੱਲਦੀ ਸੀ। ਪਰ 1947 ਤੋਂ ਬਾਅਦ ਅਲਬਰਟਾ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਬੂਮ ਆ ਗਿਆ, ਕਿਉਂਕਿ ਤੇਲ ਲੱਭਿਆ ਗਿਆ, ਗਾਂ ਤੋਂ ਗਾਂ ਤੇਲ ਹੋਰ ਲੱਭਦੇ ਰਹੇ, ਕਿਉਂਕਿ ਇੱਕ ਵਾਰ ਜਦੋਂ ਇੰਪੀਰੀਅਲ ਆਇਲ ਨੇ ਲੱਭ ਲਿਆ, ਹੋਰ ਕੰਪਨੀਆਂ ਆ ਗਈਆਂ, ਉਹਨਾਂ ਨੇ ਸਨੋਕੋ ਹੋਰ ਸਾਰੀਆਂ ਨੇ ਲੱਭਣਾ। ਸੋ ਉਦੋਂ ਬਾਅਦ ਬੂਮ ਆਇਆ, ਤੇ ਉਸ ਤੋਂ ਬਾਅਦ ਤੱਕ ਜਿਹਨੂੰ ਕਹਿ ਸਕਦੇ ਬੱਲੇ ਬੱਲੇ ਹੋਈ ਪਈ ਸੀਗੀ। ਤੇ ਉਸ ਤੋਂ ਬਾਅਦ ਆਇਲ ਸੈਂਡਸ ਲੱਭੇ, ਜਿਹਦੇ ਜਿਹੜਾ ਮੋਟਾ ਤੇਲ ਮੈਂ ਗਾੜਾ ਤੇਲ ਕਹਿੰਦਾ ਵਾ। ਸੋ ਇਹ ਹਿਸਟਰੀ ਹੈ। ਇਹ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਜਿਸ ਤਰ੍ਹਾਂ ਸਾਡੇ ਪਿੱਛੇ ਆ ਖੂਹ ਲੱਗਿਆ ਹੋਇਆ, ਹਾਂਜੀ, ਇਹ ਖੂਹਾਂ ਦਾ ਇੱਥੇ ਕਿਉਂ ਲੱਗਿਆ, ਜਾਂ ਕਿੰਨੇ ਥਾਂ ਦੇ ਵਿੱਥ ਤੇ ਲੱਗਿਆ ਹੋਇਆ, ਜਾਂ ਇੱਥੋਂ ਹੁਣ ਇਹ ਨਿਕਲਦਾ ਤੇਲ ਤੇ ਇਹ ਜਾਂਦਾ ਕਿਹੜੇ ਪਾਸੇ ਨੂੰ ਆ, ਇੱਥੋਂ ਇਹਨੂੰ ਰਿਫਾਈਨਰੀ ਤੱਕ ਲਿਜਾਣ ਦਾ ਕੀ ਪ੍ਰੋਸੈਸ ਹੈ, ਤੇ ਰਿਫਾਈਨਰੀ ਇੱਥੇ ਹੈਗੀਆਂ ਜਾਂ ਇਹ USA ਜਾਂਦਾ, ਇਹ ਸਾਨੂੰ ਥੋੜਾ ਜਿਹਾ ਮੋਟਾ ਸਮਝਾਓ ਵੀ ਇਹਦਾ ਰਾਹ ਕੀ ਆ। ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੇਲ ਹਰ ਥਾਂ ਤੇ ਨਹੀਂ ਹੁੰਦਾ, ਤੇ ਜਿਹੜੇ ਜਿਓਲੋਜਿਸਟ ਹੁੰਦੇ ਆ ਉਹ ਪਹਿਲਾਂ ਆਉਂਦੇ ਆ ਜਿੱਥੇ, ਉਹ ਕੀ ਕਰਦੇ ਆ ਜੀ ਕਿ ਉਹ ਧਰਤੀ ਦਾ ਮੁਆਇਨਾ ਕਰਦੇ ਆ, ਫਿਰ ਉਹ ਧਰਤੀ ਦੇ ਵਿੱਚ ਇੱਕ ਡਰਿਲ ਕਰਦੇ ਆ ਕੋਰ ਜੀ, ਉਹਨੂੰ ਕੋਰ ਨੂੰ ਕੱਢਦੇ ਆ ਲੈਬ 'ਚ, ਉਹਨੂੰ ਦੇਖਦੇ ਆ, ਉਦੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਤੇਲ ਹੋ ਸਕਦਾ, ਤੇ ਜੇ ਉੱਥੇ ਤੇਲ ਹੈਗਾ ਫਿਰ ਉਹ ਪਤਾ ਕਰਦੇ ਆ ਕਿ ਫਿਰ ਹੋਰ ਡਰਿਲਿੰਗ ਕੀਤੀ ਜਾਂਦੀ ਹੈ ਵੀ ਇੱਥੇ ਤੇਲ ਕਿੱਦਾਂ ਦਾ। ਜਿਹੜਾ ਆਪਣੇ ਪਿੱਛੇ ਖੂਹ ਲੱਗਿਆ ਹੋਇਆ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਕਨਵੈਨਸ਼ਨਲ ਤੇਲ ਨਿਕਲ ਰਿਹਾ ਜਿਹੜਾ ਪਾਣੀ ਵਾਂਗੂ ਫਲੋ ਕਰਦਾ, ਆਪਾਂ ਨਲਕਾ ਗੇੜ ਰਹੇ ਆ ਇੱਕ ਤਰ੍ਹਾਂ ਨਾਲ, ਇੱਥੋਂ ਤੇਲ ਨੇ ਨਿਕਲਣਾ। ਉਹ ਇਦਾਂ ਹੁੰਦਾ ਜੀ, ਜਦੋਂ ਡਰਿਲ ਕਰਦੇ ਆ ਖੂਹ, ਪਹਿਲਾਂ ਸਰਫੇਸ ਕੇਸਿੰਗ ਪਾਈ ਜਾਂਦੀ ਹੈ ਜਿਹੜੀ 200 ਮੀਟਰ ਤੱਕ ਹੁੰਦੀ ਆ, ਫਿਰ ਉਹਨੂੰ ਸੀਮੈਂਟ ਕੀਤਾ ਜਾਂਦਾ ਵਾ। ਉਹ ਇਸ ਲਈ ਪਾਈ ਜਾਂਦੀ ਹੈ ਕਿਉਂਕਿ ਜੀ 200 ਮੀਟਰ ਤੱਕ ਪਾਣੀ ਵੀ ਹੁੰਦਾ, ਇਹ ਨਾ ਹੋਵੇ ਵੀ ਤੇਲ ਕੱਲ ਨੂੰ ਪਾਣੀ ਨੂੰ ਖਰਾਬ ਕਰ ਦੇ। ਇਹ ਸਾਰਾ ਸਰਕਾਰ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਵੀ ਤੁਸੀਂ ਇਹ ਕਰਨਾ। ਉਸ ਤੋਂ ਬਾਅਦ ਇੰਟਰਮੀਡੀਏਟ ਕੇਸਿੰਗ ਪਾਈ ਜਾਂਦੀ ਆ, ਇੰਟਰਮੀਡੀਏਟ ਤੇ ਸਰਵਿਸ ਦੇ ਵਿੱਚ ਫਿਰ ਸੀਮੈਂਟ ਪਾਇਆ ਜਾਂਦਾ, ਫਿਰ ਜਿਹੜੀ ਹੈਗੀ ਆ ਉਹਨੂੰ ਡਰਿਲ ਕੀਤਾ ਜਾਂਦਾ ਵਾ। ਜਦੋਂ ਡਰਿਲ ਹੋ ਗਿਆ ਉਹਦੇ ਵਿੱਚ ਫਿਰ ਟਿਊਬਿੰਗ ਪਾਈ ਜਾਂਦੀ ਆ। ਸੋ ਜਿਹੜਾ ਇਹ ਖੂਹ ਚੱਲ ਰਿਹਾ ਵਾ, ਇਹ ਟਿਊਬਿੰਗ ਨੂੰ ਦੇ ਵਿੱਚ ਇੱਕ ਪੰਪ ਪਾਇਆ ਹੋਇਆ ਵਾ, ਉਹ ਪੰਪ ਚੱਲ ਰਿਹਾ ਵਾ, ਤੇਲ ਕੱਢਦਾ ਵਾ, ਪਾਈਪਲਾਈਨ ਚ ਪਾ ਦਿੰਦਾ, ਜਿਹੜੀ ਗੈਸ ਫਲੋ ਹੁੰਦੀ ਆ ਉਹ ਅੱਡ ਚਲੀ ਜਾਂਦੀ ਆ। ਇਹ ਸਾਰੇ ਅਲਬਰਟਾ ਦੇ ਵਿੱਚ ਪਾਈਪਲਾਈਨ ਜਿਹੜੀ ਆ, ਪਾਈਪਲਾਈਨਾਂ ਬਹੁਤ ਨੇ ਜੀ, ਪਾਈਪਲਾਈਨਾਂ ਜਿਹੜੀਆਂ ਅਲਬਰਟਾ ਦੇ ਵਿੱਚ ਵਿਛੀਆਂ ਹੋਈਆਂ ਨੇ, ਜਿਹੜੀਆਂ ਮੇਨ ਪਾਈਪਲਾਈਨਾਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਟਰਾਂਸਮਿਸ਼ਨ ਪਾਈਪਲਾਈਨਾਂ, ਉਹ ਤੇਲ ਜਿਹੜਾ ਵਾ ਰਿਫਾਈਨਰੀਆਂ ਨੂੰ ਲੈ ਕੇ ਜਾਂਦੀਆਂ। ਇਹ ਛੋਟੀਆਂ ਪਾਈਪਲਾਈਨਾਂ ਜਾ ਕੇ ਉਹਨਾਂ ਪਾਈਪਾਂ 'ਚ ਜੁੜਦੀਆਂ ਨੇ ਤਾਂ ਜੋ ਤੇਲ ਜਾਵੇ। ਹੁਣ ਜਿਹੜਾ ਇੱਥੇ ਤੇਲ ਆ ਇਹ ਐਕਚੁਅਲੀ ਪਾਈਪਲਾਈਨ 'ਚ ਨਹੀਂ ਜਾ ਰਿਹਾ, ਇੱਥੇ ਸਟੋਰ ਹੋ ਰਿਹਾ ਵਾ, ਤੇ ਉਸ ਤੋਂ ਬਾਅਦ ਟਰੱਕ ਆਊਗਾ, ਇਹਨੂੰ ਇੱਥੋਂ ਚੱਕ ਕੇ
ਜਿਹੜਾ ਇਹਨਾਂ ਦੇ ਸੈਂਟਰਲ ਉਹਨੂੰ ਬੈਟਰੀ ਕਹਿ ਦਿੰਦੇ, ਉੱਥੇ ਲੈ ਜਾਊਗਾ। ਜੀ। ਬੈਟਰੀ ਤੋਂ ਜਿਹੜੀ ਪਾਈਪਲਾਈਨ ਦੇ ਵਿੱਚ ਪਾ ਦਿੱਤਾ ਜਾਊਗਾ, ਪਾਈਪਲਾਈਨ ਤੋਂ ਇਹ ਜਿਹੜੀ ਟਰਾਂਸਮਿਸ਼ਨ ਲਾਈਨ ਚਲਿਆ ਜਾਊਗਾ, ਟਰਾਂਸਮਿਸ਼ਨ ਲਾਈਨ ਆ ਉਹ ਰਿਫਾਈਨਰੀ 'ਚ ਚਲੀ ਜਾਊਗੀ। ਉਸ ਤੋਂ ਬਾਅਦ ਇਹਨੂੰ ਰਿਫਾਈਨ ਕੀਤਾ ਜਾਊਗਾ। ਰਿਫਾਈਨ ਤੋਂ ਭਾਵ ਇਹ ਹੁੰਦਾ ਜੀ ਟੈਂਪਰੇਚਰ ਬਹੁਤ ਵਧਾ ਦਿੱਤਾ ਜਾਂਦਾ, ਉੱਚੇ ਟੈਂਪਰੇਚਰ ਤੇ ਜਿਹੜੀ ਫਿਊਲ ਗੈਸ ਉਹ ਚਲੀ ਜਾਂਦੀ ਆ, ਫਿਰ ਉਹਦੇ ਚੋਂ ਹੋਰ ਚੀਜ਼ਾਂ ਜਿੱਦਾਂ ਕੇਰੋਸੀਨ ਨਿਕਲ ਜਾਂਦਾ, ਫਿਰ ਜੈਟ ਫਿਊਲ ਨਿਕਲ ਜਾਂਦਾ, ਫਿਰ ਉਸ ਤਰੀਕੇ ਨਾਲ ਉਹਨਾਂ ਨੂੰ ਪਾਈਪਲਾਈਨ 'ਚ ਪਾ ਦਿੱਤਾ ਜਾਂਦਾ। ਆਪਣੇ ਇੱਥੇ ਰਿਫਾਈਨਰੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਟੋਟਲ ਰਿਫਾਈਨਰੀਆਂ ਦੀ ਕਪੈਸਿਟੀ 1.1 ਮਿਲੀਅਨ ਬੈਰਲ ਆ। ਆਪਣੇ ਅਲਬਰਟਾ ਦੇ ਵਿੱਚ 4.5 ਲੱਖ ਬੈਰਲ ਪਰ ਡੇ ਦੀ ਰਿਫਾਈਨਿੰਗ ਕਪੈਸਿਟੀ ਜਿਹੜੀ ਬਹੁਤ ਘੱਟ ਆ। ਮੇਜਰ ਰਿਫਾਈਨਰੀਆਂ ਇੱਥੇ ਹੈਗੀਆਂ ਜੀ, ਲੋਇਡਮਿੰਸਟਰ ਦੇ ਕੋਲ ਹੈਗੀ ਆ, ਐਡਮਿੰਟਨ ਦੇ ਕੋਲ ਹੈਗੀ ਆ, ਰਾਈਟ, ਤੇ ਫਿਰ ਪ੍ਰਿੰਸ ਜਾਰਜ ਵੀ ਭੇਜੀ ਜਾਂਦੀ ਆ। ਸੋ ਇਹ ਰਿਫਾਈਨਰੀਆਂ ਇੱਥੇ ਆਪਣੀਆਂ ਹੈਗੀਆਂ, ਉੱਥੇ ਜ਼ਿਆਦਾ ਇਹ ਤੇਲ ਜਾਂਦਾ। ਛੋਟੀਆਂ ਰਿਫਾਈਨਰੀਆਂ ਆਪਾਂ ਜਿੱਦਾਂ ਕੈਲਗਰੀ ਖੜੇ ਆ, ਕੈਲਗਰੀ ਤੋਂ ਆਪਾਂ ਐਡਮਿੰਟਨ ਜਾਈਏ, ਰਾਹ ਦੇ ਵਿੱਚ ਬੋਰਡਨ ਆਉਂਦਾ, ਉੱਥੇ ਵੀ ਹੈਗੀ ਛੋਟੀ ਜੀ ਰਿਫਾਈਨਰੀ, ਉੱਥੇ ਵੀ ਰਿਫਾਈਨ ਹੁੰਦਾ। ਤੇ ਇਹ ਕਨਵੈਨਸ਼ਨਲ ਆ। ਅਨਕਨਵੈਨਸ਼ਨਲ ਤੇਲ ਆ ਜੀ ਜਿੱਦਾਂ ਉਹ ਬਹੁਤ ਔਖਾ, ਉਹ ਦੋ ਤਰੀਕਿਆਂ ਨਾਲ ਨਿਕਲਦਾ। ਉਹ ਜਾਂ ਤਾਂ ਉਹਨੂੰ ਕੱਟਿਆ, ਮੇਨ ਜਿਹੜੀ ਸਪਲਾਈ ਆਪਾਂ ਐਕਸਪੋਰਟ ਕਹ ਲਓ ਜਾਂ ਮਤਲਬ ਇੱਥੋਂ ਜਾਂਦਾ ਜਾਂ ਕਹ ਲਓ ਵੀ ਉਹ ਇੱਥੋਂ ਹੀ ਜਾਂਦਾ ਸਾਰਾ, ਮਤਲਬ ਇੱਥੋਂ ਹੀ ਸਾਰਾ ਰਿਫਾਈਨ ਹੁੰਦਾ ਉਹ, ਜਾਂ ਕਿਤੇ ਹੋਰ ਵੀ ਹੋ ਜਾਂਦਾ? ਨਹੀਂ ਜੀ, ਉਹ ਹੋਰ ਥਾਵਾਂ ਤੋਂ ਵੀ ਜਾਂਦਾ ਉਹ। ਸੌਰੀ ਇੱਕ ਮਿੰਟ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਜਿਹੜੀਆਂ ਰਿਫਾਈਨਰੀਆਂ ਇੱਥੇ ਜਿਹੜੀਆਂ ਤੁਸੀਂ ਇਹਨੂੰ ਛੋਟੀਆਂ ਕਹ ਲਓ ਜਾਂ ਵੱਡੀਆਂ ਵੀ ਕਹ ਲਓ, ਤੇ ਇਸ ਤੋਂ ਬਾਅਦ ਫਿਰ ਇਹ ਜਿਹੜਾ ਤੇਲ ਕਿੱਥੇ ਜਾਂਦਾ ਆ? ਕੀ ਇਹ ਸਿੱਧਾ ਮਤਲਬ ਕੀ ਕੰਜ਼ਿਊਮਰ ਤੱਕ ਪਹੁੰਚਣਾ ਸ਼ੁਰੂ ਹੋ ਜਾਂਦਾ ਇੱਥੋਂ, ਜਾਂ ਇਹ ਅੱਗੇ ਵੀ ਰਿਫਾਈਨ ਹੁੰਦਾ ਹੈ, ਜਾਂ ਕਿਹੜਾ ਰਿਫਾਈਨ ਹੁੰਦਾ ਜਿਹੜਾ ਕਹਿੰਦੇ ਨੇ USA ਲਈ ਵੀ ਜਾਂਦਾ ਬਹੁਤ ਜ਼ਿਆਦਾ? ਬਿਲਕੁਲ ਜੀ, ਦੇਖੋ ਜਿਹੜਾ ਤਾਂ ਕਨਵੈਨਸ਼ਨਲ ਜਿਹਦੀ ਆਪਾਂ ਗੱਲ ਕਰ ਰਹੇ ਪਾਣੀ ਵਾਂਗੂ ਜਿਹੜਾ ਫਲੋ ਕਰਦਾ, ਇਹ ਜ਼ਿਆਦਾਤਰ ਇੱਥੇ ਹੀ ਆਪਾਂ ਰਿਫਾਈਨ ਕਰ ਲਈਦਾ। ਜਿੱਦਾਂ ਤੁਸੀਂ ਕਿਹਾ ਕੰਜ਼ਿਊਮਰ ਕੋਲ ਪਹੁੰਚ ਜਾਂਦਾ। ਜੇ ਨਹੀਂ ਉਹ ਇੱਥੇ ਕਪੈਸਿਟੀ ਹੈਗੀ ਜ਼ਿਆਦਾ, ਜਿੱਦਾਂ ਮੈਂ ਕਿਹਾ 4 ਲੱਖ ਦੀ ਕਪੈਸਿਟੀ ਹੈ ਤੇ ਤੇਲ ਰੋਜ਼ 8 ਲੱਖ ਹੋ ਗਿਆ, ਫਿਰ ਇਹਨੂੰ ਪਾਈਪਲਾਈਨ ਦੇ ਥਰੂ ਜ਼ਿਆਦਾਤਰ ਅਮਰੀਕਾ ਭੇਜ ਦਿੱਤਾ ਜਾਂਦਾ ਵਾ, ਜਾਂ ਇੱਧਰ ਆਪਾਂ ਦੂਜੇ ਪਾਸੇ ਵੈਸਟ ਕੋਸਟ ਭੇਜ ਦਿੱਤਾ ਜਾਂਦਾ। ਤੇ ਜਿਹੜਾ ਅਨਕਨਵੈਨਸ਼ਨਲ ਆ ਉਹ ਸਾਰਾ ਦਾ ਸਾਰਾ ਮੋਸਟਲੀ ਅਮਰੀਕਾ ਨੂੰ ਜਾਂਦਾ ਵਾ 99%। ਉਹ ਇਸ ਕਰਕੇ ਕਿਉਂਕਿ ਆਪਣੇ ਕੋਲ ਰਿਫਾਈਨਰੀਆਂ ਹੈ ਨਹੀਂ ਜਿਹੜੀਆਂ ਉਹ ਤੇਲ ਨੂੰ ਰਿਫਾਈਨ ਕਰ ਸਕਣ, ਕਿਉਂਕਿ ਉਹ ਬਹੁਤ ਗਾੜਾ ਹੁੰਦਾ ਵਾ। ਉਹਨੂੰ ਜਦੋਂ ਆਪਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਜੀ, ਜਦੋਂ ਉਹਨੇ ਦੋ ਤਰੀਕੇ ਨੇ ਉਹਨੂੰ ਕੱਢਣ ਦੇ, ਕਿਉਂਕਿ ਉਹ ਮਿੱਟੀ 'ਚ ਮਿਲਿਆ ਹੋਇਆ ਵਾ ਜੀ। 15% ਓਪਨ ਪਿਟ ਮਾਈਨਿੰਗ ਕਹਿੰਦੇ ਆ, ਨਹੀਂ ਉਹਨੂੰ ਵੱਡੇ ਟਰੱਕ ਲੋਕਾਂ ਨੇ ਸ਼ਾਇਦ ਦੇਖੇ ਹੋਣ, ਉਹ ਟਰੱਕਾਂ ਦੇ ਵਿੱਚ ਉਹਨੂੰ ਪਾਇਆ ਜਾਂਦਾ, ਕਨਵੇਅਰ ਬੈਲਟ ਤੇ ਪਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਨੂੰ ਬਹੁਤ ਗਰਮ ਪਾਣੀ 'ਚ ਮਿਕਸ ਕੀਤਾ ਜਾਂਦਾ, ਮਿੱਟੀ ਨੂੰ, ਮਿੱਟੀ ਅੱਡ ਹੋ ਜਾਂਦੀ ਹੈ, ਤੇਲ ਅੱਡ ਨਿਕਲ ਜਾਂਦਾ। ਫਿਰ ਉਹ ਤੇਲ ਹਜੇ ਵੀ ਬਹੁਤ ਗਾੜਾ ਹੁੰਦਾ ਜੀ, ਬਹੁਤ ਜ਼ਿਆਦਾ ਗਾੜਾ ਹੁੰਦਾ, ਪਾਣੀ ਤੋਂ 100 ਗੁਣਾ ਜ਼ਿਆਦਾ ਗਾੜਾ ਹੁੰਦਾ। ਫਿਰ ਉਹਨੂੰ ਜੀ ਇੱਕ ਅਪਗ੍ਰੇਡਰ ਦੇ ਵਿੱਚ ਪਾਇਆ ਜਾਂਦਾ, ਅਪਗ੍ਰੇਡਰ ਦੇ ਵਿੱਚ ਉਹਨੂੰ ਥੋੜਾ ਹੋਰ ਪਤਲਾ ਕੀਤਾ ਜਾਂਦਾ, ਪਰ ਉਹ ਫਿਰ ਵੀ ਇਨਫ ਪਤਲਾ ਨਹੀਂ ਹੁੰਦਾ ਕਿ ਕੋਈ ਵੀ ਰਿਫਾਈਨਰੀ ਹੈਂਡਲ ਕਰ ਸਕੇ। ਫਿਰ ਜੀ ਉਹਨੂੰ ਪਾਈਪਲਾਈਨ 'ਚ ਪਾ ਦਿੱਤਾ ਜਾਂਦਾ ਤੇ ਇੱਕ ਡਾਇਲੂਐਂਟ ਕਹਿੰਦੇ ਆ, ਉਹਦੇ ਨਾਲ ਮਿਕਸ ਕੀਤਾ ਜਾਂਦਾ, ਤਾਂ ਹੀ ਉਹ ਫਲੋ ਕਰਦਾ ਵਾ ਪੰਪਾਂ ਦੇ ਨਾਲ, ਪੰਪ ਸਟੇਸ਼ਨ ਦੇ ਨਾਲ। ਉਹ ਜ਼ਿਆਦਾ ਤੇਲ ਜਿਹੜਾ ਜੀ ਅਮਰੀਕਾ ਜਾਂਦਾ ਸਾਰਾ, ਕਿਉਂਕਿ ਅਸੀਂ ਰਿਫਾਈਨ ਨਹੀਂ ਕਰ ਸਕਦੇ। ਇੱਥੋਂ ਕਿੰਨੀਆਂ ਪਾਈਪਲਾਈਨਸ ਜਿਹੜੀਆਂ ਦੇ ਥਰੂ ਉੱਥੇ ਜਾਂਦਾ? ਆਪਣੇ ਕੈਨੇਡਾ ਅਲਬਰਟਾ ਦੇ ਵਿੱਚੋਂ ਜਿਹੜੀਆਂ ਮੇਜਰ 3 ਪਾਈਪਲਾਈਨਸ ਹੈਗੀਆਂ, ਕੀਸਟੋਨ ਪਾਈਪਲਾਈਨ ਹੈਗੀ ਆ ਤੇ ਬ੍ਰਿਜ ਦੀ ਪਾਈਪਲਾਈਨ ਹੈਗੀ ਆ। ਸੋ ਇਹ ਮੇਜਰ ਪਾਈਪਲਾਈਨਸ ਹੈਗੀਆਂ। ਜ਼ਿਆਦਾਤਰ ਜਿਹੜਾ ਕੀਸਟੋਨ ਦੇ ਵਿੱਚੋਂ ਜਿਹੜਾ ਤੇਲ ਜਾਂਦਾ ਉਹ ਜਿਹੜੀਆਂ US ਦੀਆਂ ਰਿਫਾਈਨਰੀਆਂ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ ਗਲਫ ਕੋਸਟ ਦੇ ਵਿੱਚ ਨੇ, ਓਕਲਾਹੋਮਾ ਵਗੈਰਾ ਦੇ ਵਿੱਚ, ਉੱਥੇ ਜਾਂਦਾ ਵਾ। ਜਿਹੜਾ ਦੂਜਾ ਐਨਬ੍ਰਿਜ ਦਾ ਉਹ ਜ਼ਿਆਦਾ ਮਿਡਵੈਸਟ ਸ਼ਿਕਾਗੋ ਦੇ ਵਿੱਚ ਚਲਾ ਜਾਂਦਾ ਵਾ, ਉੱਥੇ ਦੀਆਂ ਰਿਫਾਈਨਰੀਆਂ ਸਾਨੂੰ ਸਾਡਾ ਤੇਲ ਡੀਲ ਕਰਦੀਆਂ। ਦੂਜਾ ਤਰੀਕਾ ਉਹ ਜਿਹੜਾ ਗਾੜਾ ਤੇਲ ਆ ਉਹਨੂੰ ਕੱਢਣ ਦਾ, ਉਹਨੂੰ ਕਹਿੰਦਾ SAGD, ਸਟੀਮ ਅਸਿਸਟਡ ਗ੍ਰੈਵਿਟੀ ਡਰੇਨੇਜ। ਉਹਦੇ 'ਚ ਕੀ ਕਰਦੇ ਆ ਕਿ ਦੋ ਜਿਹੜੇ ਖੂਹ ਆ ਪੱਟ ਦਿੰਦੇ ਆ ਥੱਲੇ ਜਾ ਕੇ, ਬੜਾ ਡੂੰਘਾ ਨਹੀਂ ਹੁੰਦਾ, 250-300 ਮੀਟਰ ਥੱਲੇ, ਉਤਲੇ ਖੂਹ ਤੋਂ ਉਹ ਸਟੀਮ ਪਾਉਂਦੇ ਆ, ਰਾਈਟ, ਗਰਮ ਬਹੁਤ ਭਾਫ, ਤੇ ਉਹ ਭਾਫ ਜਿਹੜੀ ਆ ਉਹ ਤੇਲ ਨੂੰ ਮਿੱਟੀ 'ਚੋਂ ਪਿਘਲਾ ਦਿੰਦੀ ਆ। ਤੇ ਜਿਉਂ-ਜਿਉਂ ਤੇਲ ਥੱਲੇ ਡਿੱਗਦਾ ਵਾ, ਆਹ ਖੂਹ ਦੇ ਵਿੱਚ ਉਹਨਾਂ ਨੇ ਪੰਪ ਪਾਏ ਹੁੰਦੇ ਆ ਥੱਲੇ, ਸਬਮਰਸੀਬਲ ਪੰਪ ਜਿਹਨੂੰ ਆਪਾਂ ਕਹਿ ਦਿੰਦੇ, ਮੱਛੀ ਪੰਪ ਇੰਡੀਆ 'ਚ ਕਹਿ ਦਿੰਦੇ ਆ। ਉਹ ਪੰਪ ਨਾਲ ਉਹ ਤੇਲ ਕੱਢਿਆ ਜਾਂਦਾ ਵਾ, ਫਿਰ ਉਹ ਪਾਈਪਲਾਈਨ 'ਚ ਪਾ ਦਿੱਤਾ ਜਾਂਦਾ। ਫਿਰ ਵੀ ਉਹ ਤੇਲ ਵੀ ਅਪਗ੍ਰੇਡਰ 'ਚ ਜਾਂਦਾ, ਅਪਗ੍ਰੇਡ ਹੁੰਦਾ, ਫਿਰ ਉਹ ਪਾਈਪਲਾਈਨ 'ਚ ਪਾ ਕੇ, ਜਿੱਦਾਂ ਮੈਂ ਪਹਿਲਾਂ ਕਿਹਾ, ਅਮਰੀਕਾ ਭੇਜ ਦਿੱਤਾ ਜਾਂਦਾ ਵਾ। ਫਿਰ ਅਮਰੀਕਾ ਦੇ ਵਿੱਚ ਰਿਫਾਈਨ ਹੁੰਦਾ। ਹੁਣ ਕਈ ਮੈਨੂੰ ਸੱਜਣ ਕਹਿੰਦੇ ਵੀ ਆਪਣੇ ਇੱਥੇ ਇੰਨਾ ਤੇਲ ਆ ਤਾਂ ਵੀ ਆਇਲ ਪ੍ਰਾਈਸਿਸ ਇਉਂ ਜ਼ਿਆਦਾ, ਉਹ ਇਸ ਕਰਕੇ ਜ਼ਿਆਦਾ ਜੀ, ਇੱਕ ਤਾਂ ਕਿਉਂਕਿ ਖਰਚਾ ਬਹੁਤ ਆਉਂਦਾ ਕੱਢਣ 'ਚ। ਜਿਹੜਾ ਜਿੱਦਾਂ ਸਾਊਦੀ ਅਰਬ 'ਚ ਤੇਲ ਆ ਜਿਹੜਾ ਪਾਣੀ ਵਾਂਗੂ ਕੱਢਿਆ ਜਾਂਦਾ, ਉਹਨਾਂ ਨੂੰ ਕੱਢਣ ਦਾ ਖਰਚਾ $7-8 ਆ ਪਰ ਬੈਰਲ, ਇੱਕ ਬੈਰਲ ਦਾ। ਆਪਣਾ $25 ਤੋਂ $29। ਫਿਰ ਉਹਨੂੰ ਭੇਜਣਾ ਵਾ ਰਿਫਾਈਨਿੰਗ ਲਈ, ਉਹਦਾ ਖਰਚਾ, ਫਿਰ ਉਹ ਰਿਫਾਈਨ ਹੋ ਕੇ ਵਾਪਸ ਸਾਡੇ ਕੋਲ ਆਉਣਾ, ਉਹਦਾ ਖਰਚਾ। ਸੋ ਐਂਡ ਆਫ ਦਾ ਡੇ ਇਸ ਕਰਕੇ ਖਰਚੇ ਕਰਕੇ ਪ੍ਰਾਈਸਿਸ 'ਚ ਕੋਈ ਬੜਾ। ਹੁਣ ਚਲੋ ਇਹ ਪ੍ਰਾਈਸਾਂ ਤੇ ਆ ਗਏ, ਥੋੜਾ ਜਿਹਾ ਪੋਲੀਟੀਕਲ ਗੱਲਾਂ ਆ, ਮੈਂ ਉਧਰਲੇ ਪਾਸੇ ਵੀ ਆਉਣਾ ਸੀ। ਤੇ
ਜਿਹੜੀਆਂ ਉੱਥੋਂ ਰਿਫਾਈਨਰੀਆਂ ਆਪਾਂ ਕਹਿੰਦੇ ਉਹ ਇੱਥੇ ਉੱਥੇ ਭੇਜਦੇ ਆ, ਉੱਥੋਂ ਇੱਥੇ ਨਹੀਂ ਆਉਂਦੀਆਂ ਉਹ ਰਿਫਾਈਨਰੀਆਂ, ਜਾਂ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ? ਜੇ ਇੱਥੋਂ ਹੀ ਮਤਲਬ ਇੱਥੋਂ ਹੀ ਸਾਰਾ ਕੁਝ ਰਿਫਾਈਨ ਹੋਵੇ, ਸਾਡੇ ਦੇਸ਼ ਦੇ ਵਿੱਚੋਂ ਹੀ ਇੱਥੇ ਸਾਰਾ ਕੁਝ ਹੋਵੇ, ਤੇ ਕੀ ਇਹ ਨਹੀਂ ਠੀਕ ਹੈ, ਜਾਂ ਇਹ ਸਾਰਾ ਕੁਝ ਮਤਲਬ ਪੋਲੀਟੀਕਲ ਹੈ, ਜਾਂ ਇਹ ਤੇਲ ਨੂੰ ਕੱਢਣਾ ਨਹੀਂ ਚਾਹੁੰਦਾ ਸੂਬਾ ਜਾਂ ਕੰਟਰੀ, ਤੇ ਇਹਦੇ ਪਿੱਛੇ ਕੀ ਕਾਰਨ? ਨਹੀਂ, ਇਹਦੇ ਚ ਕੋਈ ਪੋਲੀਟੀਕਲ ਨਹੀਂਗਾ। ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਕਈ ਵਾਰ ਇਹਨੂੰ ਪੋਲੀਟੀਕਲ ਬਣਾ ਦਿੱਤਾ ਜਾਂਦਾ ਵਾ ਵੋਟਾਂ ਨੂੰ ਤੇ ਰੋਟੀਆਂ ਸੇਕਣ ਲਈ। ਦੇਖੋ ਸਿੱਧੀ ਜੀ ਗੱਲ ਆ, ਕੋਈ ਵੀ ਜਿਹਨੇ ਤੇਲ ਕੱਢਣਾ, ਕੋਈ ਵੀ ਕੰਪਨੀ ਆ, ਉਹਦਾ ਮਕਸਦ ਐਂਡ ਚ ਕਿ ਉਹਨੇ ਮੁਨਾਫਾ ਬਣਾਉਣਾ, ਠੀਕ ਹੈ ਨਾ। ਸੋ ਬੇਸਿਕਲੀ ਗੱਲ ਇਹ ਹੈਗੀ ਆ ਕਿ ਇੱਕ ਤਾਂ ਰਿਫਾਈਨਰੀ ਲਾਉਣ ਤੇ ਖਰਚਾ ਬਹੁਤ ਆਉਂਦਾ। ਜੇ ਤੁਸੀਂ 1 ਲੱਖ ਬੈਰਲ ਪਰ ਡੇ ਦੀ ਰਿਫਾਈਨਰੀ ਲਾਉਣੀ ਆ, ਉਹਦਾ ਖਰਚਾ 6 ਬਿਲੀਅਨ ਦੇ ਨੇੜੇ ਤੇੜੇ ਚਲਾ ਜਾਂਦਾ, 6 ਬਿਲੀਅਨ। ਸੋ ਪਹਿਲੀ ਗੱਲ ਤਾਂ ਉਹ ਉਦਾਂ ਦਾ ਕੈਪੀਟਲ ਅਲਬਰਟਾ ਵਰਗੀ ਸੂਬੇ ਚ ਲਾਉਣ ਤੋਂ ਕੰਪਨੀਆਂ ਡਰਦੀਆਂ ਨੇ। ਸੈਕੰਡਲੀ ਜਿਹੜੀ ਗੱਲ ਹੈਗੀ ਆ ਕਿ ਜੀ ਤੁਸੀਂ ਰਿਫਾਈਨਰੀ ਕਿੱਥੇ ਲਾਉਣੀ ਹੈ, ਜਿੱਥੇ ਤੁਸੀਂ ਆਪਦਾ ਟਰਾਂਸਪੋਰਟੇਸ਼ਨ ਕਾਸਟ ਘਟਾਉਣਾ, ਜਿੱਥੇ ਕੰਜ਼ਿਊਮਰ ਜ਼ਿਆਦਾ। ਹੁਣ ਆਪਾਂ ਅਲਬਰਟਾ ਦੇ ਲਾ ਲਈਏ, ਅਲਬਰਟਾ ਦੀ ਆਪਣੀ ਪਾਪੂਲੇਸ਼ਨ 2.6 ਮਿਲੀਅਨ ਆ, BC ਲਾ ਲਈਏ, ਬਾਹਲੀ ਪਾਪੂਲੇਸ਼ਨ ਹੈ ਨਹੀਂ, ਕੰਜ਼ਿਊਮਰ ਹੈ ਨਹੀਂ। ਇਹੀ ਜਿਹੜੀਆਂ ਜਿੱਦਾਂ ਮੈਂ ਸ਼ਿਕਾਗੋ ਦੀ ਗੱਲ ਕੀਤੀ ਆ, ਟੋਰਾਂਟੋ ਚ ਉਹ ਹੈਗੀ ਰਿਫਾਈਨਰੀ, ਸਾਰਨੀਆ ਚ, ਮੌਂਟਰੀਅਲ ਚ ਉੱਥੇ ਹੈਗੀਆਂ। ਉਹ ਇਸ ਕਰਕੇ ਕਿਉਂਕਿ ਉੱਥੇ ਕੰਜ਼ਿਊਮਰ ਬੇਸ ਬਹੁਤ ਆ। ਆਪਾਂ ਜਿਹੜਾ ਟੋਰਾਂਟੋ, ਮੌਂਟਰੀਅਲ, ਓਟਾਵਾ ਕੋਰੀਡੋਰ ਦੇਖ ਲਈਏ, ਫਿਰ ਆਪਾਂ ਨਾਰਥ ਈਸਟ ਨਿਊ ਇੰਗਲੈਂਡ ਕਹਿ ਦਿੰਦੇ ਉਹਨੂੰ, ਨਾਰਥ ਈਸਟ USA ਦੇਖ ਲਈਏ, ਨਿਊਯਾਰਕ ਸਟੇਟ, ਇਲੀਨੋਏ, ਆਲਮੋਸਟ 40-50 ਮਿਲੀਅਨ ਕੰਜ਼ਿਊਮਰ ਬੇਸ ਆ ਉੱਥੇ। ਕਹਿਣ ਦਾ ਮਤਲਬ ਵੀ ਜੇ ਇਹਨੂੰ ਨਕਸ਼ੇ ਦੇ ਮੁਤਾਬਕ ਦੇਖਿਆ ਜਾਵੇ ਅਲਬਰਟਾ ਨੂੰ, ਵੀ ਜੇ ਇੱਥੋਂ ਹੁਣ ਮਤਲਬ ਕੱਚਾ ਤੇਲ ਆਪਾਂ ਕਹਿ ਲਓ ਰॉ ਮਟੀਰੀਅਲ ਜਿਹੜਾ ਇੱਥੋਂ ਉਧਰ ਨੂੰ ਲੈ ਕੇ ਜਾਂਦੇ ਆ, ਤੇ ਜੇ ਇੱਥੇ ਇਹਨੂੰ ਰਿਫਾਈਨ ਵੀ ਕਰ ਲੈਣੇ ਫਿਰ ਵੀ ਉਧਰ ਨੂੰ ਲੈ ਕੇ ਜਾਣਾ। ਕਹਿਣ ਦਾ ਮਤਲਬ ਇਹ ਜਿਹੜੀਆਂ ਆਇਲ ਕੰਪਨੀਆਂ ਨੇ ਉਹ ਦੇਖਦੀਆਂ ਵੀ ਮਤਲਬ ਰॉ ਮਟੀਰੀਅਲ ਹੀ ਉੱਥੇ ਲੈ ਆਂਦਾ ਜਾਵੇ ਤੇ ਉਸ ਤੋਂ ਬਾਅਦ ਉਹਨੂੰ ਕਰਕੇ ਲੋਕਾਂ ਦੇ ਤੱਕ ਪਹੁੰਚਦਾ ਉੱਥੋਂ ਈਜ਼ੀ ਹੈ। ਦੂਜੀ ਗੱਲ ਹੈ ਜੀ ਕਿ ਅਲਬਰਟਾ ਦੇ ਵਿੱਚ ਆਪਾਂ ਲੈਂਡ ਲੌਕਡ ਆ, ਸਮੁੰਦਰ ਹੈ ਨਹੀਂ। ਸੋ ਓਨਲੀ ਵੇ ਅਸੀਂ ਜਿਹੜਾ ਟਰਾਂਸਪੋਰਟ ਕਰ ਸਕਦੇ ਹਾਂ ਤੇਲ, ਉਹ ਪਾਈਪਲਾਈਨਾਂ 'ਚ ਕਰ ਸਕਦੇ ਹਾਂ ਜੀ। ਆਲਰੇਡੀ ਸਾਡੀ ਪਾਈਪਲਾਈਨਾਂ ਦੀ ਕਪੈਸਿਟੀ ਘੱਟ ਆ। ਹੁਣ ਇਮੈਜਿਨ ਕਰੋ, ਇੱਕ ਤਾਂ ਉਹ ਕਪੈਸਿਟੀ ਘੱਟ ਆ, ਹੁਣ ਜੇ ਅਸੀਂ ਰਿਫਾਈਨ ਵੀ ਕਰਨ ਲੱਗ ਗਏ, ਸਾਨੂੰ ਹੋਰ ਕਪੈਸਿਟੀ ਚਾਹੀਦੀ ਆ। ਕਿੱਥੇ ਭੇਜਾਂਗੇ ਤੇਲ? ਜੇ ਤੇਲ ਹੀ ਇੱਥੇ ਫਸਿਆ ਰਿਹਾ, ਸਾਡੇ ਤੇਲ ਦੀ ਸਾਨੂੰ ਵੈਲਿਊ ਨਹੀਂ ਮਿਲਣੀ। ਜਿੱਦਾਂ ਮੈਂ ਕਿਹਾ ਲੈਂਡ ਲੌਕਡ ਆਪਾਂ ਹੈਗੇ ਆ, ਸਮੁੰਦਰ ਦੇ ਥਰੂ ਭੇਜ ਨਹੀਂ ਸਕਦੇ। ਤੀਜੀ ਗੱਲ ਮੈਂ ਬਿਲਕੁਲ ਅਗਰੀ ਕਰਦਾ ਕਿ ਬੈਸਟ ਇਹੀ ਹੁੰਦਾ ਕਿ ਵੈਲਿਊ ਐਡ ਪ੍ਰੋਡਕਟ ਵੇਚਿਆ ਜਾਵੇ, ਕੱਚੇ ਤੇਲ ਨੂੰ ਵਧੀਆ ਕਰਕੇ ਵੇਚਿਆ ਜਾਵੇ। ਪਰ ਅਨਫੋਰਚੂਨਟਲੀ ਅਲਬਰਟਾ 'ਚ ਆਪਣੇ ਕੋਲ ਇਸ਼ੂਜ਼ ਇਦਾਂ ਦੇ ਹੈਗੇ ਕਿ ਸਾਡੇ ਤੋਂ ਹੋ ਨਹੀਂ ਸਕਦਾ ਉਹ। ਤੇ ਦੂਸਰੀ ਗੱਲ ਇਹ ਹੈਗੀ ਹੈ ਜੀ ਕਿ ਮੈਂ ਐਗਜ਼ਾਮਪਲ ਦਿੰਦਾ ਵਾਂ ਕਿ ਰਿਫਾਈਨਰੀਆਂ ਦੇ ਵਿੱਚ ਅਨਸਰਟਨਟੀ ਬਹੁਤ ਆ। ਪਿੱਛੇ ਜੇ ਇੱਕ ਇੱਥੋਂ ਦੀ ਸਰਕਾਰ ਸੀਗੀ, ਉਹਨਾਂ ਨੇ ਇੱਕ ਇਹੀ ਗੱਲ ਕੀਤੀ ਵੀ ਆਪਾਂ ਵੈਲਿਊ ਐਡਿਡ ਕਰੀਏ। ਉਹਨਾਂ ਨੇ ਇੱਥੇ ਸਟਰਜਨ ਕਾਉਂਟੀ ਦੇ ਵਿੱਚ ਇੱਕ ਰੈੱਡ ਵਾਟਰ ਰਿਫਾਈਨਰੀ ਦੀ ਗੱਲ ਕੀਤੀ ਸੀ, ਅਪਗ੍ਰੇਡਡ ਰਿਫਾਈਨਰੀ, ਤੇ ਉਹਦਾ ਜਿੰਨਾ ਉਹਨਾਂ ਨੇ ਐਸਟੀਮੇਟ ਲਾਇਆ ਸੀਗਾ ਜੀ, ਉਹਨੂੰ ਡਿਸਕਾਊਂਟਡ ਰੇਟ ਤੇ ਆਹ ਬਿਚੂਮਨ ਵੇਚਣਾ ਹੀ ਸਰਕਾਰ ਨੇ, ਉਹਨਾਂ ਨੇ ਅਪਗ੍ਰੇਡ ਕਰਨਾ ਹੀ ਤੇ ਤੇਲ ਜਿੰਨਾ ਐਸਟੀਮੇਟ ਲਾਇਆ ਰਿਫਾਈਨਰੀ ਤੇ, ਜਦੋਂ ਰਿਫਾਈਨਰੀ ਹਜੇ ਪੂਰੀ ਤਰ੍ਹਾਂ ਆਪਰੇਸ਼ਨਲ ਨਹੀਂ, ਆਲਮੋਸਟ ਜਿਹੜਾ ਉਹਦਾ ਖਰਚਾ ਡਬਲ ਹੋ ਗਿਆ ਵਾ, ਤੇ ਉਹ ਸਾਰਾ ਟੈਕਸ ਪੇਅਰਸ ਮੋਸਟਲੀ ਉਹਦਾ ਪਿਆ। ਬਿਲਕੁਲ ਜੀ। ਜਿਹੜਾ ਹੁਣ ਰੂਸ ਤੇ ਯੂਕਰੇਨ ਵਾਲਾ ਹੋ ਰਿਹਾ ਹੈ, ਉਹ ਚਲੋ ਉਹ ਕੋਈ ਚੰਗੀ ਗੱਲ ਨਹੀਂ ਹੈ ਜੇ ਉਹਨੂੰ ਆਪਾਂ ਦੇਖਦੇ ਹਾਂ, ਤੇ ਪਰ ਉਹਦਾ ਇਹ ਹੈ ਵੀ ਸਿੱਧੇ ਨਹੀਂ ਤੇ ਅਸਿੱਧੇ ਰੂਪ ਦੇ ਵਿੱਚ, ਸਿੱਧੇ ਨਹੀਂ ਕਹਾਂ ਤੇ ਅਸਿੱਧੇ ਰੂਪ ਦੇ ਵਿੱਚ ਅਲਬਰਟਾ ਨੂੰ ਉਸ ਚੀਜ਼ ਦਾ ਫਾਇਦਾ ਹੋਇਆ ਵੀ ਆਇਲ ਪ੍ਰਾਈਸਿਸ ਵਧੀਆਂ ਤੇ ਉਹਦੇ ਨਾਲ ਇਹ ਸਾਰਾ ਕੁਝ ਹੋਇਆ। ਤੇ ਹੁਣ ਜਦੋਂ ਡਿਮਾਂਡ ਵੱਧ ਗਈ ਹੈ ਤੇ ਡਿਮਾਂਡ ਵਧੀ ਹੈ ਤੇ ਉਹਦੇ ਨਾਲ ਸਪਲਾਈ ਵਧਾਉਣ ਦੀ ਵੀ ਗੱਲਾਂ ਹੋਈਆਂ ਆ। ਤੁਸੀਂ ਹੁਣ ਇੱਕ ਆਇਲ ਕੰਪਨੀ ਦੇ ਵਿੱਚ ਵੀ ਰਹੇ ਹੋ, ਹੁਣ ਆਇਲ ਕੰਪਨੀਆਂ ਕੀ ਸੋਚਦੀਆਂ ਤੇ ਕੈਨੇਡਾ ਗਵਰਨਮੈਂਟ ਕੀ ਸੋਚਦੀ ਆ ਅਲਬਰਟਾ ਦੇ ਆਇਲ ਦੇ ਬਾਰੇ? ਦੇਖੋ ਜੀ, ਅਲਬਰਟਾ ਦੇ ਵਿੱਚ ਉਹ ਜਿਹੜਾ ਮੈਂ ਪਹਿਲਾਂ ਕਿਹਾ, ਅਲਬਰਟਾ ਦਾ ਜਿਹੜਾ ਤੇਲ ਆ, ਮੈਂ ਆਇਲ ਕੰਪਨੀਆਂ 'ਚ ਕੰਮ ਕੀਤਾ, ਮੇਰੀ ਰੋਟੀ ਉੱਥੋਂ ਆਉਂਦੀ ਸੀ, ਤੇ ਅੱਜ ਵੀ ਆਪਾਂ ਚਲੋ ਇੱਥੇ ਖੜੇ ਆ, ਮੈਨੂੰ ਬੜੀ ਖੁਸ਼ੀ ਹੋਈ, ਬੜੇ ਦਿਨਾਂ ਬਾਅਦ ਮੈਂ ਇੱਥੇ ਆਇਆ ਵਾਂ ਆਇਲ ਵੈਲ। ਮੇਰਾ ਜਿਹਨੂੰ ਕਹਿ ਸਕਦੇ ਹਾਂ ਕਿ ਮੇਰਾ ਦਿਲ ਅਜੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਆ, ਕਿਉਂਕਿ ਮੈਂ ਇੰਜੋਏ ਕਰਦਾ। ਗੱਲ ਇਹ ਹੈਗੀ ਆ ਕਿ ਚੀਜ਼ਾਂ ਬਹੁਤ ਚੇਂਜ ਹੋ ਗਈਆਂ ਦੁਨੀਆ ਭਰ ਦੇ ਵਿੱਚ। ਹੁਣ ਹੌਲੀ ਹੌਲੀ ਜਿਹੜੀ ਖਾਸ ਕਰ ਜਿਹੜੀ ਨਵੀਆਂ ਜਨਰੇਸ਼ਨ ਆਈ ਆ, ਜਿਹੜੀ 2000 ਤੋਂ ਬਾਅਦ ਪੈਦਾ ਹੋਈ ਆ, ਖਾਸ ਕਰ 2010 ਤੋਂ, ਜਿਨ੍ਹਾਂ ਨੇ ਕੱਲ ਨੂੰ ਦੁਨੀਆ ਸੰਭਾਲਣੀ ਆ, ਉਹ ਕਲਾਈਮੇਟ ਨੂੰ ਲੈ ਕੇ ਬਹੁਤ ਚਿੰਤਿਤ ਨੇ। ਉਹ ਬੱਚੇ ਕਲਾਈਮੇਟ ਨੂੰ ਲੈ ਕੇ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਰਹੇ ਨੇ, ਕਿਉਂਕਿ ਕਲਾਈਮੇਟ ਚੇਂਜ ਫਾਈਨਲੀ ਇਹ ਐਕਸੈਪਟ ਹੋ ਗਿਆ ਵੀ ਹੋ ਰਿਹਾ ਵਾ। ਜੇ ਇਹਨੂੰ ਨਾ ਰੋਕਿਆ ਗਿਆ, ਜੇ ਅਸੀਂ 2050, 2030, 35, 40 ਤੱਕ ਕੁਛ ਨਾ ਕੀਤਾ ਤੇ ਜਿਹੜਾ ਟੈਂਪਰੇਚਰ 1.5 ਡਿਗਰੀਜ਼ ਤੋਂ ਉੱਤੇ ਚਲਿਆ ਗਿਆ, ਤਾਂ ਬਹੁਤ ਨੁਕਸਾਨ ਹੋਣਾ ਦੁਨੀਆ ਦਾ। ਸੋ ਇਸ ਕਰਕੇ ਜਿਹੜੀਆਂ ਆਇਲ ਕੰਪਨੀਆਂ ਨੇ ਉਹ ਵੀ
ਜਦੋਂ ਜਿਹੜਾ ਕੰਜ਼ਿਊਮਰ ਆ, ਜਦੋਂ ਕੰਜ਼ਿਊਮਰ ਪੁੱਛਦਾ ਵੀ ਕੀ ਤੁਹਾਡੇ ਕੋਲ ਕੋਈ ਪਲਾਨ ਹੈਗਾ ਕਲਾਈਮੇਟ ਚੇਂਜ ਲੜਨ ਨਾਲ, ਜਦੋਂ ਇਨਵੈਸਟਰ ਪੁੱਛਦਾ ਵਾ ਤੇ ਉਹ ਵੀ ਹੁਣ ਕੌਨਸ਼ੀਅਸ ਹੋ ਗਈਆਂ ਵੀ ਸਾਨੂੰ ਵੀ ਪਲਾਨ ਚਾਹੀਦੇ ਆ। ਸੋ ਆਇਲ ਕੰਪਨੀਆਂ, ਜਦੋਂ ਮੈਂ ਆਇਲ ਕੰਪਨੀ 'ਚ ਕੰਮ ਕਰਦਾ ਹੁੰਦਾ ਸੀ, ਉਦੋਂ ਹੀ ਅਸੀਂ 4-5 ਸਾਲ ਪਹਿਲਾਂ ਕੰਮ ਸ਼ੁਰੂ ਕਰਦਾ ਸੀਗਾ ਕਿ ਨੈਟ ਜ਼ੀਰੋ ਐਮਿਸ਼ਨਸ ਬਾਈ 2050। ਸਰਕਾਰ ਇਹ ਕੀ ਹੈ ਜਿਹੜਾ ਨੈਟ ਜ਼ੀਰੋ? ਹਾਂਜੀ, ਇਹ ਦੱਸੋ ਸਾਨੂੰ ਥੋੜ੍ਹਾ। ਕਈ ਲੋਕ ਨਾ ਇਹਨੂੰ ਕਨਫਿਊਜ਼ ਕਰ ਲੈਂਦੇ ਆ, ਉਹ ਕਹਿੰਦੇ ਜੀ ਨੈਟ ਜ਼ੀਰੋ ਦਾ ਮਤਲਬ ਤੁਸੀਂ ਤੇਲ ਹੀ ਨਹੀਂ ਕੱਢੋਗੇ। ਨੋ, ਬਿਲਕੁਲ ਤੇਲ ਨਿਕਲਦਾ ਰਹਿਣਾ, ਕਿਉਂਕਿ ਤੇਲ ਦੀ ਨੀਡ ਹੈਗੀ। ਹੁਣ ਆਪਾਂ ਜਿੱਥੇ ਖੜੇ ਆ, ਰਾਈਟ, ਆਪਣੇ ਸ਼ੂਆਂ ਦੇ ਵਿੱਚ ਤੇਲ ਦੀ ਇਨਪੁਟ ਆ, ਆਪਣੀ ਬੈਲਟਾਂ ਦੇ ਵਿੱਚ ਆ, ਆਪਣੇ ਮਾਈਕ ਲੱਗੇ ਇਹਨਾਂ ਵਿੱਚ ਹਰ ਚੀਜ਼ 'ਚ ਜਾਣਾ ਤੇਲ। ਸੋ ਤੇਲ ਨਹੀਂ ਬੰਦ ਹੋਣਾ। ਬੇਸਿਕਲੀ ਇਹ ਸਰਕਾਰਾਂ ਇਹ ਕਹਿ ਰਹੀਆਂ ਨੇ ਤੇ ਕੰਪਨੀਆਂ ਵੀ ਜਿੰਨਾ ਤੇਲ ਕੱਢਣ ਦੇ ਨਾਲ ਅਸੀਂ ਕਾਰਬਨ ਐਮਿਟ ਕਰ ਰਹੇ ਹਾਂ, ਪਾ ਰਹੇ ਹਾਂ এনवायरमेंट ਦੇ ਵਿੱਚ, ਉਨਾ ਹੀ ਕਾਰਬਨ ਅਸੀਂ এনवायरमेंट 'ਚੋਂ ਕੱਢਣਾ। ਉਹ ਤਾਂ ਹੀ ਉਹਦਾ ਨੈਟ ਜ਼ੀਰੋ ਕਹਿੰਦੇ ਆ। ਜਿੰਨਾ ਪਾਇਆ ਉਨਾ ਕੱਢਦਾ ਤੇ এনवायरमेंट ਬਚੀ ਰਹੂਗੀ। ਇਸ ਲਈ ਕੱਲ੍ਹ ਹੀ ਅਨਾਉਂਸਮੈਂਟ ਆਪਣੇ ਅਲਬਰਟਾ 'ਚ ਹੋਈ ਸੀਗੀ ਕਿ ਜਿਹੜੀਆਂ ਇੱਕ ਇੱਥੇ ਪਾਥਵੇ ਟੂ ਆਇਲ ਸੈਂਡਸ ਨੈਟ ਜ਼ੀਰੋ ਬਣਾਇਆ ਵਾ ਆਇਲ ਸੈਂਡ ਕੰਪਨੀਆਂ ਨੇ ਮਿਲ ਕੇ, ਤੇ ਉਹਨਾਂ ਨੇ ਅਗਲੇ ਕੁਝ ਸਾਲਾਂ ਦੇ ਵਿੱਚ 14 ਬਿਲੀਅਨ ਇਨਵੈਸਟ ਕਰਨਾ ਨਵੀਂ ਟੈਕਨੋਲੋਜੀ 'ਚ, ਜਿਹੜੀ ਕਾਰਬਨ ਕੱਢ ਕੇ ਹਵਾ 'ਚੋਂ ਤੇ ਧਰਤੀ ਦੇ ਵਿੱਚ ਵਾਪਸ ਪਾਊਗੀ। ਤੇ ਦਰਖਤ ਲਾਉਂਦੇ ਆ, ਉਹਨੂੰ ਕਹਿੰਦੇ ਆ ਸਕੁਐਸਟ ਕਰਨਾ ਕਾਰਬਨ ਨੂੰ। ਸੋ ਨੈਟ ਜ਼ੀਰੋ ਇਹ ਆ। ਸੋ ਸਰਕਾਰਾਂ ਵੀ ਹੁਣ ਆਪਣੇ ਕੈਨੇਡਾ ਦੀ ਸਰਕਾਰ ਦੀ ਕਮਿਟਮੈਂਟ ਆ ਕਿ ਬਾਈ 2050 ਵੀ ਵਾਂਟ ਟੂ ਬੀ ਨੈਟ ਜ਼ੀਰੋ। 2030 ਤੱਕ ਜਿਹੜੀ ਕਮਿਟਮੈਂਟ ਆ ਕਿ ਜਿਹੜਾ 2005 ਤੋਂ ਆਈ ਬਲੀਵ ਪਹਿਲਾਂ ਜਿੰਨਾ ਸੀਗਾ ਰਿਡਕਸ਼ਨ, ਉਹਦੀ 30% ਰਿਡਿਊਸ ਕਰਨਾ ਵਾ ਕਾਰਬਨ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਉਹਦੇ ਨਾਲ ਤੇਲ ਨਹੀਂ ਖਤਮ ਹੋ ਜਾਣਾ, ਉਹਦੇ ਨਾਲ ਇਹ ਹੋ ਜਾਣਾ ਇੱਕ ਤਾਂ ਵੀ ਤੇਲ ਜਿੱਦਾਂ ਅਸੀਂ ਪ੍ਰੋਡਿਊਸ ਕਰਨਾ ਕਾਰਬਨ ਇੰਟੈਂਸਿਵ ਘੱਟ ਹੋ। ਸੈਕਿੰਡ ਜਿਹੜਾ ਹੈਗਾ ਵੀ ਹੋਰ ਟੈਕਨੋਲੋਜੀਜ਼ ਜਿਹੜੀਆਂ ਆ ਰਹੀਆਂ ਨੇ ਉਹਨਾਂ ਨਾਲ ਜੌਬਾਂ ਕ੍ਰੀਏਟ ਹੋਣਗੀਆਂ, ਕਲੀਨ ਟੈਕਨੋਲੋਜੀ ਨੂੰ ਬੜਾਵਾ ਦਿੱਤਾ ਜਾਵੇ। ਤੇ ਤੀਜਾ ਓਪਰਚੁਨਿਟੀ ਮਿਲੂਗੀ ਕਿ ਰਿਨਿਊਅਲਸ ਨੇ, ਜਿੱਦਾਂ ਸੋਲਰ, ਵਿੰਡ, ਹਾਈਡਰੋਜਨ, ਇਹਨਾਂ ਚੀਜ਼ਾਂ ਨੂੰ ਉਭਾਰਿਆ ਜਾਵੇ ਤਾਂ ਜੋ ਹੌਲੀ ਹੌਲੀ ਓਵਰ ਦਾ ਟਾਈਮ, ਦੇਖੋ ਇਹ ਤਾਂ ਹੋਣਾ ਹੀ ਆ, ਇਹ ਅੱਜ ਨਹੀਂ ਹੋ ਰਿਹਾ, ਸ਼ਾਇਦ 50 ਸਾਲਾਂ ਨੂੰ ਹੋ ਜਾਏ ਜਾਂ 100 ਸਾਲਾਂ ਨੂੰ ਹੋ ਜਾਏ, ਲੋਕਾਂ ਨੇ ਤੇਲ ਉੱਤੇ ਜਿਹੜਾ ਨਿਰਭਰ ਕਰਦੇ ਨੇ ਉਹਨੂੰ ਬੰਦ ਕਰ ਦੇਣਾ, ਕਿਉਂਕਿ ਕਲਾਈਮੇਟ ਚੇਂਜ ਇਜ਼ ਹੈਪਨਿੰਗ। ਲੋਕ ਵੀ ਕਹਿ ਰਹੇ ਨੇ ਤੇ ਸਾਡੇ ਕੋਲ ਕੋਈ ਦੂਜਾ ਧਰਤੀ ਤਾਂ ਹੈ ਨਹੀਂ ਕਿ ਵੀ ਅਸੀਂ ਬੈਗ ਬੰਦ ਕਰਕੇ ਉੱਥੇ ਚਲੇ ਜਾਵਾਂਗੇ। ਸੋ ਹੌਲੀ ਹੌਲੀ ਹੋਊਗਾ। ਜਿਹੜੀ ਮੈਂ ਤੁਹਾਨੂੰ ਉਸੇ ਗੱਲ ਦੇ ਉੱਪਰ ਲੈ ਕੇ ਆਉਂਦਾ ਸੀ ਵੀ ਇੱਕ ਪਾਸੇ ਤਾਂ ਇਹ ਆ ਵੀ ਜਦੋਂ ਤਾਂ ਡਿਮਾਂਡ ਵੱਧ ਜੇ, ਜਦੋਂ ਤਾਂ ਸਾਨੂੰ ਲੋੜ ਹੈ, ਠੀਕ ਹੈ ਜੀ, ਜਦੋਂ ਤਾਂ ਹੁਣ ਆਇਲ ਪ੍ਰਾਈਸਿਸ ਵਧੀਆਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵਧੀਆਂ, ਤੇ ਉਦੋਂ ਸਾਨੂੰ ਆਪਦਾ ਵਾਲਾ ਆਇਲ ਜ਼ਿਆਦਾ ਆ ਗਿਆ ਵੀ ਯਾਰ ਸਾਡੇ ਕੋਲ ਵੀ ਹੈ। ਉਦੋਂ ਕੰਪਨੀਆਂ ਨੇ ਵੀ ਥੋੜਾ ਬਹੁਤਾ ਇੰਟਰਸਟ ਦਿਖਾਉਣਾ ਸ਼ੁਰੂ ਕੀਤਾ। ਜਿਹੜੀਆਂ ਕੰਪਨੀਆਂ ਇੱਥੋਂ ਛੱਡ ਕੇ ਜਾਣਾ ਸ਼ੁਰੂ ਹੋ ਗਈਆਂ ਸੀ ਜਾਂ ਆਪਣਾ ਸ਼ੇਅਰ ਕੱਢਣਾ ਸ਼ੁਰੂ ਕਰਤਾ ਸੀ, ਤੇ ਉਹ ਹੁਣ ਉਹਨਾਂ ਦਾ ਦੁਬਾਰਾ ਵਧਿਆ ਨਾ। ਇਹ ਤਾਂ ਗੱਲ ਹੈ ਕਿ ਉਹ ਵਾਪਸ ਪੁੱਠੀਆਂ ਮੁੜਨਾ ਸ਼ੁਰੂ ਹੋਈਆਂ ਵੀ ਯਾਰ ਠੀਕ ਹੈ ਵੀ ਹੁਣ ਪ੍ਰਾਈਸ ਤਾਂ ਬਹੁਤ ਜ਼ਿਆਦਾ ਅਪ ਹੈ। ਤੇ ਇੱਕ ਪਾਸੇ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਇਹ ਸੋਚ ਰਹੀ ਹੈ ਵੀ 2035 ਤੱਕ ਅਸੀਂ ਸਾਰਾ ਕੁਝ ਇਲੈਕਟ੍ਰਿਕ ਕਰ ਲੈਣਾ, ਠੀਕ ਹੈ ਜੀ, ਤੇ ਆਇਲ ਦਾ ਮਤਲਬ এনवायरमेंट ਦਾ ਹੈ, ਠੀਕ ਹੈ ਜੀ। ਮਤਲਬ ਵੀ ਜਦੋਂ ਤਾਂ ਸਰਕਾਰਾਂ ਨੂੰ ਲੱਗਦਾ ਵੀ ਠੀਕ ਹੈ ਹੁਣ ਤਾਂ ਕੋਈ ਉਹ ਵਰਤ ਲਓ, ਅਦਰਵਾਈਜ਼ ਨਹੀਂ ਤੁਸੀਂ ਇਹ ਛੱਡ ਦਿਓ। ਨਹੀਂ ਜੀ, ਦੇਖੋ ਜਿਹੜੀ ਫੈਡਰਲ ਸਰਕਾਰ ਦੀ ਕਮਿਟਮੈਂਟ ਆ ਨਾ, ਉਹਨਾਂ ਨੇ ਕਿਹਾ ਵਾ ਕਿ ਜਿਹੜੇ ਵਹੀਕਲਸ ਨੇ ਉਹ ਜਿਹੜੇ ਕੰਬਸ਼ਨਬਲ ਇੰਜਨ ਵਹੀਕਲਸ ਦੀ ਸੇਲ ਅਸੀਂ 2035 ਤੱਕ ਬੰਦ ਕਰ ਦੇਣੀ ਹੈ। ਉਸ ਤੋਂ ਬਾਅਦ ਕੋਈ ਵੀ ਕੰਬਸ਼ਨਬਲ ਇੰਜਨ ਵਹੀਕਲ ਨਹੀਂ ਵਿਕੂਗਾ, ਇਲੈਕਟ੍ਰਿਕ ਵਹੀਕਲਸ ਹੀ ਵਿਕਣਗੇ। ਤੇ ਇਹਦਾ ਮਤਲਬ ਇਹ ਨਹੀਂਗਾ ਵੀ ਉਦੋਂ ਵਹੀਕਲਸ ਬੰਦ ਹੋ ਜਾਣੇ। ਜਿੰਨਾ ਕੋਲ ਹੈਗੇ, ਜੇ ਕਿਸੇ ਨੇ 2034 ਤੱਕ ਚਲਿਆ ਉਹਨੇ 2045 ਤੱਕ ਚਲਾਉਣਾ, ਉਹ ਤੇਲ ਦੀ ਤਾਂ ਲੋੜ ਆ। ਹੁਣ ਗੱਲ ਇਹ ਹੁੰਦੀ ਹੈ ਕਿ ਹਰ ਚੀਜ਼ ਇਕਨੋਮਿਕਸ ਤੇ ਡਿਪੈਂਡ ਕਰਦੀ ਹੈ ਸਪਲਾਈ ਐਂਡ ਡਿਮਾਂਡ ਤੇ, ਠੀਕ ਹੈ ਨਾ। ਜਿੱਦਾਂ ਹੁਣ ਤੁਸੀਂ ਕਿਹਾ ਡਿਮਾਂਡ ਵਧੀ ਹੋਈ ਆ, ਰਾਈਟ, ਸਪਲਾਈ ਉਨੀ ਹੈ ਨਹੀਂ ਸੀਗੀ, ਤੇ ਉਹ ਸਪਲਾਈ ਨਾ ਹੋਣ ਕਰਕੇ ਜਿਹੜੀਆਂ ਪ੍ਰਾਈਸਿਸ ਆ ਬਹੁਤ ਵੱਧ ਗਈਆਂ, ਰਾਈਟ। ਦੂਸਰਾ ਇਹ ਗੱਲ ਆ ਕਿ ਸਪਲਾਈ ਚੇਨ ਇਸ਼ੂਸ ਵੀ ਸੀਗੇ ਜਿਹੜੇ ਉਹ ਵੀ ਹੋਏ। ਤੇ ਤੀਸਰੀ ਗੱਲ ਇਹ ਹੈ ਕੋਵਿਡ ਤੋਂ ਲੋਕਡਾਊਨ ਖੁੱਲੇ, ਚਾਈਨਾ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਸੈਕਟਰ ਵਧਿਆ ਵਾ, ਰੂਸ ਦੀ ਵਾਰ ਆਪਾਂ ਦੇਖੀ ਆ, ਜਿਹੜੀਆਂ ਕਈ ਯੂਰਪੀਅਨ ਕੰਟਰੀਜ਼ ਨੇ ਰੂਸ ਦੇ ਤੇਲ ਲੈਣਾ ਬੰਦ ਕਰਦਾ। ਸੋ ਪਰ ਪ੍ਰੋਬਲਮ ਇਹ ਹੈਗੀ ਆ ਕਿ ਆਪਣੇ ਅਲਬਰਟਾ ਦੀ ਆਪਾਂ ਗੱਲ ਕਰ ਲਈਏ, ਸਾਡੇ ਕੋਲ ਪਾਈਪਲਾਈਨ ਕਪੈਸਿਟੀ ਆ। ਉਹ ਪਾਈਪਲਾਈਨ ਕਪੈਸਿਟੀ ਜਿੰਨਾ ਹੀ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ, ਉਸ ਤੋਂ ਵੱਧ ਜੇ ਅਸੀਂ ਪ੍ਰੋਡਿਊਸ ਕਰਾਂਗੇ ਸਾਨੂੰ ਸਟੋਰ ਕਰਨਾ ਪਊਗਾ। ਸਟੋਰਿੰਗ ਕਪੈਸਿਟੀ ਵੀ ਲਿਮਿਟਡ ਹੀ ਹੁੰਦੀ ਆ, ਰਾਈਟ। ਸੋ ਸਰਕਾਰਾਂ ਦਾ ਜਿਹੜੀ ਸਰਕਾਰ ਇਨਸੈਂਟੀਵਾਈਜ਼ ਨਹੀਂ ਕਰ ਰਹੀ ਇਸ ਵਕਤ ਕਿ ਤੇਲ ਨੂੰ ਕੱਢੋ। ਸਰਕਾਰ ਬਿਲਕੁਲ ਨਹੀਂ ਕਹਿ ਰਹੀ। ਸਰਕਾਰ ਤਾਂ ਇਹ ਕਹਿ ਰਹੀ ਆ ਕਿ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਕਰੋ, ਅਸੀਂ ਉਹਨੂੰ ਰੋਕਾਂਗੇ ਨਹੀਂ, ਪਰ ਇੱਕ ਆਪਦਾ ਗ੍ਰੀਨ ਪਲਾਨ ਲੈ ਕੇ ਆਓ। ਇੱਕ ਪਲਾਨ ਤੁਹਾਡੇ ਕੋਲ ਨੈਟ ਜ਼ੀਰੋ ਦਾ ਹੋਵੇ, ਅਸੀਂ ਤੁਹਾਡੇ ਨਾਲ ਕੰਮ ਕਰਾਂਗੇ। ਅਸੀਂ ਤੁਹਾਡੇ ਦੇ ਨਾਲ ਜੇ ਤੁਸੀਂ ਕੋਈ ਟੈਕਨੋਲੋਜੀ ਲੈ ਕੇ ਆਉਣੀ ਹੈ, ਹੁਣ ਹਾਈਡਰੋਜਨ ਦੀ ਗੱਲ ਆ, ਹਾਈਡਰੋਜਨ
ਕਿਹਾ ਜਾ ਰਿਹਾ ਕਿ ਹਾਈਡਰੋਜਨ ਇੱਕ ਨਵਾਂ ਰੈਵੋਲੂਸ਼ਨ ਲੈ ਕੇ ਆਊ ਅਲਬਰਟਾ 'ਚ। ਬਿਲਕੁਲ। ਅਲਬਰਟਾ ਲੀਡਰ ਬਣੂ ਹਾਈਡਰੋਜਨ ਦੇ ਵਿੱਚ। ਹੁਣ ਹਾਈਡਰੋਜਨ ਦੇ ਵਿੱਚ ਵੀ 3 ਤਰ੍ਹਾਂ ਦੀ ਹਾਈਡਰੋਜਨ ਹੈ, ਗ੍ਰੀਨ ਹਾਈਡਰੋਜਨ, ਗ੍ਰੇ ਹਾਈਡਰੋਜਨ ਤੇ ਇੱਕ ਬਲੂ ਹਾਈਡਰੋਜਨ। ਜਿਹੜੀ ਗ੍ਰੀਨ ਹਾਈਡਰੋਜਨ ਉਹ ਸਭ ਤੋਂ ਵਧੀਆ ਵਾ, ਉਹਦੇ 'ਚ ਕੋਈ ਐਮਿਸ਼ਨਸ ਨਹੀਂ ਹੁੰਦੀਆਂ, ਗ੍ਰੇ 'ਚ ਘੱਟ ਹੁੰਦੀਆਂ ਇੱਦਾਂ। ਸੋ ਸਰਕਾਰ, ਕੰਪਨੀਆਂ ਜਿਹੜੀਆਂ ਕਈ ਡ੍ਰਿਲਿੰਗ ਤੇ ਸ਼ੁਰੂ ਉਹ ਹਾਈਡਰੋਜਨ ਵੀ ਇੱਕ ਨਵਾਂ ਮਤਲਬ એનર્ਜੀ ਦਾ ਜਿਹੜਾ ਇੱਥੋਂ ਦਾ ਬਿਲਕੁਲ ਮਤਲਬ ਜੀ। ਸੋਰਸ ਆ, ਉਹ ਵੀ ਅਲਬਰਟਾ ਦੇ ਕੋਲ ਹੀ ਕਹਿੰਦੇ ਉਹਦਾ ਵੀ ਜ਼ਿਆਦਾ ਆਪਣੇ ਕੋਲ ਹੈਗਾ, ਕਿਉਂਕਿ ਆਪਣੇ ਕੋਲ ਇੱਕ ਤਾਂ ਨੈਚੁਰਲ ਗੈਸ ਬਹੁਤ ਆ। ਇੱਕ ਹਾਈਡਰੋਜਨ ਨੈਚੁਰਲ ਗੈਸ ਨਾਲ, ਫਿਰ ਪਾਣੀ ਹੈਗਾ, ਪਾਣੀ ਚੋਂ ਹਾਈਡਰੋਜਨ ਕੱਢੀ ਜਾ ਸਕਦੀ ਆ। ਸੋ ਅਲਬਰਟਾ ਉਹਦੇ 'ਚ ਲੀਡਰ ਬਣ ਸਕਦਾ ਜੇ ਸਾਡੀਆਂ ਸਰਕਾਰਾਂ ਉਹਦੇ ਤੇ ਤਵੱਜੋ ਦੇਣ, ਧਿਆਨ ਨਾਲ ਚੱਲਣ। ਰਾਈਟ। ਤੇ ਜਿਹੜੀਆਂ ਹੁਣ ਤੱਕ ਖਬਰਾਂ ਵਾ ਹੋ ਰਿਹਾ ਵਾ, ਪਰ ਟਾਈਮ ਲੱਗੂ। ਹੁਣ ਜਿੱਦਾਂ ਤੁਸੀਂ ਸਰਕਾਰ ਦੀ ਗੱਲ, ਜਿਹੜੀਆਂ ਕੰਪਨੀਆਂ ਵਾਪਸ ਆ ਰਹੀਆਂ, ਦੇਖੋ ਜਿਹੜੀਆਂ ਤਾਂ ਵੱਡੀਆਂ ਕੰਪਨੀਆਂ ਸੀ ਜਿੱਦਾਂ ਕੌਨਕੋ ਹੋ ਗਈ, BP ਹੋ ਗਈ, ਦੇ ਆਰ ਗੋਨ। ਉਹ ਨਹੀਂ ਵਾਪਸ ਆ ਰਹੀਆਂ ਅਲਬਰਟਾ ਦੇ ਵਿੱਚ। ਠੀਕ ਹੈ। ਕਿਉਂਕਿ ਉਹਨਾਂ ਨੇ ਰੀਅਲਾਈਜ਼ ਕਰ ਲਿਆ ਸੀਗਾ ਕਿ ਜੇ ਅਸੀਂ ਨੈਟ ਜ਼ੀਰੋ ਕਮਿਟਮੈਂਟ ਆ ਤੇ ਅਲਬਰਟਾ ਦਾ ਤੇਲ ਸਾਡੇ ਲਈ ਇੱਕ ਪ੍ਰੋਬਲਮ ਕ੍ਰੀਏਟ ਕਰੂ। ਜਿੱਦਾਂ ਮੈਂ ਕਿਹਾ, ਸਟੀਮ ਦੀ ਰਿਕੁਆਇਰਮੈਂਟ ਬਹੁਤ ਆ। ਐਨੀ ਟਾਈਮ ਤੁਸੀਂ ਸਟੀਮ ਲਿਆਉਨੇ ਹੋ ਤੇ ਸਟੀਮ ਐਮਿਸ਼ਨਸ ਹੁੰਦੀਆਂ ਬਹੁਤ। ਜਿਹੜੀਆਂ ਹੁਣ ਕੰਪਨੀਆਂ ਇੱਥੋਂ ਦੀਆਂ ਜਨੈਰਿਕ, ਸਨਕੋਰ ਹੋ ਗਈ, ਸਨੋਵਸ ਹੋ ਗਈ, ਸੀਐਨਆਰਐਲ ਹੋ ਗਈ, ਉਹਨਾਂ ਦੀ ਵੀ ਜਿਹੜੀ ਹੁਣ ਫੋਕਸ ਆ ਉਹ ਗਰੋਥ ਨਹੀਂ ਗਾ ਜੀ, ਉਹ ਸਸਟੇਨਮੈਂਟ ਆ। ਜਿਹੜਾ ਉਹ ਪੈਸਾ ਵੀ ਲਾ ਰਹੀਆਂ, ਉਹ ਸਸਟੇਨਮੈਂਟ ਚ ਲਾ ਰਹੀਆਂ। ਮਤਲਬ ਇਹਦਾ ਉਹ ਇਹ ਨਹੀਂ ਕਹਿ ਰਹੀਆਂ ਕਿ ਆਪਾਂ ਜੇ 100,000 ਬੈਰਲਸ ਪ੍ਰੋਡਿਊਸ ਕਰ ਰਹੇ ਸੀ, ਇੱਕ ਨਵਾਂ ਪ੍ਰੋਜੈਕਟ ਲਾਓ, ਉੱਤੇ 3-4 ਬਿਲੀਅਨ ਲਾਓ, ਉਸ ਕਪੈਸਿਟੀ ਨੂੰ 1.5 ਲੱਖ ਬਣਾ ਦਿਓ। ਨੋ, ਉਹਨਾਂ ਨੂੰ ਫਿਊਚਰ ਦੇਖ ਰਿਹਾ ਵੀ ਗਰੋਥ 'ਚ ਪੈਸਾ ਨਹੀਂ। ਉਹ ਕਹਿ ਰਹੇ ਸਸਟੇਨਮੈਂਟ। ਲੱਖ ਬੈਰਲ ਪ੍ਰੋਡਿਊਸ ਕਰ ਰਹੇ ਆ, ਜਿਹੜੀ ਰਿਫਾਈਨਰੀ ਆ ਜਾਂ ਸਾਡੀ ਆਪਰੇਸ਼ਨਸ ਆ, ਉਹਨਾਂ ਨੂੰ ਵਧੀਆ ਬਣਾਓ, ਸਸਟੇਨੇਬਲ ਬਣਾਓ। ਤੇ ਜੇ ਉਹਨਾਂ ਆਪਰੇਸ਼ਨਸ ਦੇ ਵਿੱਚ ਹੀ 10,000 ਬੈਰਲ ਐਡ ਕਰ ਸਕਦੇ ਆ, ਉਹ ਕਰੋ। ਪੈਸਾ ਉੱਥੇ ਜਾ ਰਿਹਾ ਉਹਨਾਂ ਦਾ। ਨਹੀਂ, ਹੁਣ ਚਲੋ ਇਹ ਤਾਂ ਹੋ ਗਿਆ ਵੀ ਸਾਡੇ ਕੋਲ ਇੱਕ ਨੈਚੁਰਲ ਰਿਸੋਰਸ ਸੀ ਜਿਹਦਾ ਸਾਨੂੰ, ਸਾਡੇ ਸੂਬੇ ਨੂੰ, ਇੱਥੋਂ ਤੱਕ ਕਿ ਫੈਡਰਲ ਨੂੰ, ਸਾਰਿਆਂ ਨੂੰ ਬਹੁਤ ਫਾਇਦਾ ਹੋਇਆ ਹੁਣ ਤੱਕ ਦਾ। ਤੇ ਇਹ ਇੱਕ ਇੱਦਾਂ ਦਾ ਵੀ ਇਹ ਜਿਹੜੇ ਸੋਮੇ ਹੁੰਦੇ ਆ, ਇਹ ਖਤਮ ਵੀ ਹੋ ਸਕਦੇ ਆ। ਬਿਲਕੁਲ ਜੀ। ਇਹ ਨਹੀਂ ਹੈ, ਇਹਨਾਂ ਦੀ ਕੋਈ ਮਤਲਬ ਇਹ ਨਹੀਂ ਹੈ ਕਿ ਉਮਰ ਭਰ ਦੇ ਲਈ ਹੈਗੇ ਨੇ। ਹੋ ਸਕਦਾ 30 ਸਾਲ 50 ਸਾਲ ਕਦੋਂ ਤੱਕ ਆਪਾਂ ਇਹਦੇ ਉੱਪਰ ਮਤਲਬ ਬੇਸਡ ਰਵਾਂਗੇ। ਹੁਣ ਅਲਬਰਟਾ ਸੂਬਾ, ਚਲੋ ਅੱਜ ਇਹਦਾ ਬਜਟ ਜੇ ਸਰਪਲਸ ਹੈ ਤੇ ਬਾਕੀ ਸੂਬਿਆਂ ਦੇ ਮੁਤਾਬਕ ਚੰਗਾ ਹੈ ਤੇ ਵੀ ਇਕਨੋਮੀ ਦੇ ਤੌਰ ਤੇ ਅਸੀਂ ਠੀਕ ਹਾਂ, ਕੀ ਇਹੀ ਇੱਕ ਮਤਲਬ ਰਿਸੋਰਸ ਰਹਿ ਗਿਆ? ਕਈ ਵਾਰੀ ਇਹ ਸਵਾਲ ਹੁੰਦਾ ਸਰਕਾਰਾਂ ਦੇ ਅੱਗੇ, ਸਰਕਾਰ ਜਿਹੜੇ ਹੁੰਦੇ ਆ ਬੰਦੇ, ਉਹਨਾਂ ਨੂੰ ਇਹ ਤੁਸੀਂ ਇਹ ਚੀਜ਼ ਨੂੰ ਸਾਰੇ ਕਾਸੇ ਨੂੰ ਵਾਚ ਕਰਦੇ ਹੋ ਕਿ ਅਲਬਰਟਾ ਲਈ ਕੋਈ ਇਕਨੋਮੀ ਦੇ ਲਈ ਕੋਈ ਹੋਰ ਵੀ ਬਦਲ ਹੈਗਾ, ਜਾਂ ਇਸੇ ਨੂੰ ਮਤਲਬ ਰੱਖ ਲਿਆ ਜਾਵੇ ਵੀ ਅਸੀਂ ਇਸ ਦੇ ਦੁਆਲੇ ਅਸੀਂ ਰਵਾਂਗੇ ਸਾਰੀ ਉਮਰ? ਨਹੀਂ ਜੀ, ਦੇਖੋ ਜਿਹੜੀ ਗਲਤੀਆਂ ਕੀਤੀਆਂ ਸਰਕਾਰਾਂ ਨੇ ਅੱਜ ਤੱਕ, ਉਹ ਇਹੀ ਕੀਤੀਆਂ ਨੇ ਕਿ ਬਸ ਆਇਲ ਤੇ ਹੀ ਨਿਰਭਰ ਰਹੇ। ਜਦੋਂ ਤਾਂ ਆਇਲ ਪ੍ਰਾਈਸ, ਕਿਉਂਕਿ ਇਹਦੇ ਨਾਲ ਇਹ ਆ ਵੀ ਕੱਲ ਨੂੰ ਵੈਸੇ ਤਾਂ ਇਹ ਜਿਹੜੀਆਂ ਆਰਗੇਨਾਈਜੇਸ਼ਨ ਨੇ ਇਸ ਮੁੱਦੇ ਨੂੰ ਉਠਾਉਂਦੀਆਂ ਵੀ ਇਹ ਕਲਾਈਮੇਟ ਦੇ ਲਈ ਇਹ ਖਤਰਾ ਹੈ, ਵੀ ਜਿਹੜੀ ਚੀਜ਼ ਦੇ ਦੁਆਲੇ ਤੁਸੀਂ ਹੋਏ ਹੋ ਵੀ ਇਹ ਕਲਾਈਮੇਟ ਦੇ ਲਈ ਫਿਊਚਰ ਦੇ ਵਿੱਚ ਖਤਰਾ ਹੈ, ਜਾਂ ਕਹ ਪ੍ਰੈਜ਼ੈਂਟ ਵੀ ਹੋ ਰਿਹਾ ਜਿਹੜਾ ਸਾਨੂੰ ਦਿਖ ਨਹੀਂ ਰਿਹਾ। ਬਿਲਕੁਲ। ਨਹੀਂ, ਉਹ ਤਾਂ ਦੇਖੋ ਅੱਜ ਤੱਕ ਦੀਆਂ ਸਰਕਾਰਾਂ ਦੀ ਨਲਾਇਕੀ ਕਹਿ ਦਈਏ ਆਪਾਂ, ਅਲਬਰਟਾ ਦੇ ਵਿੱਚ ਇਹੀ ਰਹੀ ਆ। ਕਿਉਂਕਿ ਇਹ ਜਿਹੜਾ ਤੇਲ ਹੈ ਕਿਸੇ ਸਰਕਾਰ ਦਾ ਨਹੀਂ ਗਈ, ਇਹ ਅਲਬਰਟਨਸ ਦਾ ਵਾ, ਇਹ ਤੁਹਾਡਾ, ਇਹ ਮੇਰਾ, ਆਮ ਬੰਦੇ ਦਾ ਵਾ। ਸੋ ਇਹ ਕਿਸੇ ਸਰਕਾਰ ਦਾ ਨਹੀਂ। ਸਰਕਾਰ ਦੀਆਂ ਨਲਾਇਕੀਆਂ ਇਹੀ ਰਹੀਆਂ, ਕੋਈ ਵੀ ਸਰਕਾਰ ਆਈ, ਕਿ ਉਹਨਾਂ ਨੇ ਡਿਵਰਸੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਤੱਕ ਨਹੀਂ ਕੀਤੀ ਜਿੱਥੇ ਅਸੀਂ ਆਇਲ ਤੋਂ ਬਿਲਕੁਲ ਆਪਦੇ ਆਪ ਪੱਲਾ ਛਡਾ ਲਈਏ, ਜਿਹੜਾ ਹੋਣਾ ਨਹੀਂਗਾ। ਪਰ ਦੈਟ ਬੀਇੰਗ ਸੈਡ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਆਇਲ ਦਾ ਰੋਲਰ ਕੋਸਟਰ, ਅਸੀਂ ਪਾਣੀ ਦੀ ਇੱਕ ਬਾਲਟੀ ਦੇ ਵਿੱਚ ਜਿਹੜਾ ਤੇਲ ਅਸੀਂ ਪ੍ਰੋਡਿਊਸ ਕਰਦੇ ਆ, ਉਹ ਇੱਕ ਮੱਗ ਜਿੰਨਾ ਹੀ ਆ। ਅਸੀਂ ਇਨਫਲੂਐਂਸ ਨਹੀਂ ਕਰ ਸਕਦੇ ਜਿਹੜੀਆਂ ਪ੍ਰਾਈਸਿਸ ਕੰਟਰੋਲ ਕਰਦਾ OPEC। ਠੀਕ ਹੈ ਜੀ। OPEC 33% ਆਇਲ ਪ੍ਰੋਡਿਊਸ ਕਰਦਾ ਵਾ। OPEC ਜਿੱਦਾਂ ਦਾ ਡਿਸੀਜਨ ਉਹ ਲੈਣਗੇ, ਜੇ ਉਹ ਅੱਜ ਸਪਲਾਈ ਬਿਲਕੁਲ ਵਧਾ ਦੇਣ, ਪ੍ਰਾਈਸਿਸ ਕੱਲ ਨੂੰ ਡਿੱਗ ਪੈਣਗੀਆਂ। ਜੇ ਉਹ ਅੱਜ ਸਪਲਾਈ ਘਟਾ ਦੇਣ, ਪ੍ਰਾਈਸਿਸ ਹੋਰ ਚੜ ਜਾਣਗੀਆਂ। ਅਸੀਂ ਜਿੰਨਾ ਮਰਜ਼ੀ ਘਟਾਈ ਵਧਾਈ ਜਾਈਏ, ਅਸੀਂ ਉਹਨਾਂ ਤੇ ਨਿਰਭਰ। ਸੋ ਅੱਜ ਪ੍ਰਾਈਸਿਸ ਉੱਤੇ ਨੇ, ਅੱਜ ਸ਼ਾਇਦ 6 ਮਹੀਨੇ ਬਾਅਦ ਪ੍ਰੋਜੈਕਸ਼ਨਸ ਇਹੀ ਆ ਰਹੀਆਂ, ਸ਼ਾਇਦ ਪ੍ਰਾਈਸਿਸ ਡਿੱਗਣੀਆਂ ਸ਼ੁਰੂ ਹੋ ਜਾਣ। ਅੱਜ ਸਾਡਾ ਰੈਵਨਿਊ ਸਰਪਲਸ ਬਜਟ ਹੈਗਾ ਵਾ 3.2 ਬਿਲੀਅਨ, ਜਸਟ ਬਿਕਾਜ਼ ਆਫ ਜਿਹੜੀ ਰਾਇਲਟੀ ਮਿਲ ਰਹੀ ਹੈ ਸਾਨੂੰ। ਕੱਲ ਨੂੰ ਜੇ ਇਹ ਪ੍ਰਾਈਸਿਸ $50 ਤੇ ਡਿੱਗ ਪਈਆਂ, ਉਹੀ ਸਰਪਲਸ ਸ਼ਾਇਦ ਡੈਫਿਸਿਟ ਬਣ ਜਾਵੇ, ਫਿਰ ਅਸੀਂ ਕਹਾਂਗੇ ਸਾਡੇ ਕੋਲ ਪੈਸਾ ਨਹੀਂ। ਸੋ ਐਂਡ ਆਫ ਦ ਡੇ ਡਿਵਰਸੀਫਿਕੇਸ਼ਨ ਇਜ਼ ਦ ਕੀ, ਕਿ ਹੋਰ ਇੰਡਸਟਰੀ ਨੂੰ ਇੱਥੇ ਬੁਲਾਇਆ ਜਾਵੇ, ਚਾਹੇ ਉਹ ਹਾਈਡਰੋਜਨ ਹੋ ਗਈ, ਚਾਹੇ ਉਹ ਫਿਲਮਿੰਗ ਇੰਡਸਟਰੀ ਹੋ ਗਈ, ਰੈਂਚਿੰਗ ਹੋ ਗਈ, ਐਗਰੀ ਬਿਜ਼ਨਸ ਹੋ ਗਿਆ, ਟੂਰਿਜ਼ਮ ਹੋ ਗਿਆ, ਤਾਂ ਜੋ ਟੈਕਨੋਲੋਜੀ ਹੋ ਗਈ, ਤਾਂ ਜੋ ਜਿਹੜਾ ਆਇਲ ਦਾ ਮਨੀ ਆ, ਇਹ ਸਾਡਾ ਬੈਕਬੋਨ ਨਾ ਹੋਵੇ,
ਇਹ ਸਾਡਾ ਸੈਕੰਡਰੀ ਰੈਵਨਿਊ ਹੋਵੇ। ਜੇ ਇਹਦੇ ਤੋਂ ਪੈਸਾ ਬਣ ਰਿਹਾ ਗੁੱਡ, ਪਰ ਆ ਇੰਡਸਟਰੀਆਂ ਜਿਹੜੀਆਂ ਡਾਈਵਰਸਿਫਿਕੇਸ਼ਨ ਕਰਕੇ ਆ ਅਸੀਂ ਸਾਡੀ ਨਿਰਭਰਤਾ ਇਹਨਾਂ ਤੇ ਬਣ ਜਵੇ ਤਾਂ ਜੋ ਆਇਲ ਪ੍ਰਾਈਸਿਸ ਡਸਨਟ ਮੈਟਰ ਜਿੰਨਾ ਮਰਜ਼ੀ ਫਲਕਚੁਏਟ ਕਰੀ ਜਾਣ, ਸਾਨੂੰ ਉਹਦੇ ਨਾਲ ਬੜਾ ਅਸਰ ਨਹੀਂ ਪਊਗਾ ਕਿਉਂਕਿ ਅਸੀਂ ਇੱਥੋਂ ਸਾਡੀ ਇਕਨੋਮੀ ਚੱਲ ਰਹੀ ਆ। ਜੇ ਕੱਲ ਨੂੰ ਆਇਲ ਪ੍ਰਾਈਸਿਸ 100 ਤੇ ਸਾਡਾ ਸਰਪਲਸ 15 ਬਿਲੀਅਨ ਤੇ ਹੋ ਗਿਆ, ਗ੍ਰੇਟ, ਕਿਉਂਕਿ ਇਕਨੋਮੀ ਤਾਂ ਇੱਥੇ ਚੱਲ ਰਹੀ ਹੈ ਨਾ। ਜੇ ਡਿੱਗ ਪਿਆ 30 ਤੇ ਡੈਫਿਸਿਟ ਹੋ ਗਿਆ, ਜਦੋਂ ਬਜਟ ਬਣਾਉਣੇ ਆ ਬਜਟ ਦੇ ਵਿੱਚ ਜ਼ੂਮ ਕੀਤਾ ਜਾਂਦਾ ਜੀ ਆਇਲ ਪ੍ਰਾਈਸਿਸ ਇੰਨੀਆਂ ਹੋਣਗੀਆਂ, 55 ਹੋਣਗੀਆਂ, 60 ਹੋਣਗੀਆਂ, ਫਿਰ ਸਾਨੂੰ ਉਹ ਜ਼ੂਮ ਨਹੀਂ ਕਰਨਾ ਪਊਗਾ ਕਿਉਂਕਿ ਸਾਡੇ ਕੋਲ ਇੱਕ ਰੈਵਨਿਊ ਸੋਰਸ ਹੋਊਗਾ ਜਿਹੜਾ ਫਲਕਚੁਏਟ ਨਹੀਂ ਕਰੂਗਾ। ਤੇ ਥੈਂਕ ਯੂ ਰਾਜ ਜੀ। ਹਾਂਜੀ, Thank you ਥੈਂਕ so ਯੂ, much. ਤੁਸੀਂ ਮੈਨੂੰ ਸਮਾਂ ਦਿੱਤਾ। ਇਹ ਸਨ ਰਾਜ ਸਿੰਘ ਢਾਲੀਵਾਲ ਜੀ, ਜਿਨ੍ਹਾਂ ਨੇ ਆਇਲ ਸੈਕਟਰ ਦੇ ਵਿੱਚ ਜਿਨ੍ਹਾਂ ਦਾ ਐਕਸਪੀਰੀਅੰਸ ਵੀ ਹੈ, ਉਹਨਾਂ ਨੇ ਸਾਰੇ ਚੀਜ਼ ਦੇ ਬਾਰੇ ਡਿਟੇਲ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਦੱਸਿਆ ਤੇ ਇਹਨਾਂ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਥੈਂਕ ਯੂ ਸੋ ਮਚ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।